ਪ੍ਰਾਈਮ ਏਸ਼ੀਆ ਟੀਵੀ ਵੇਖਣ ਸੁਣਨ ਵਾਲਿਆਂ ਦਾ ਮੈਂ ਸੁਪਨ ਸੰਧੂ ਬਹੁਤ-ਬਹੁਤ ਸਵਾਗਤ ਕਰਦਾ। ਨਾਜ਼ਰੀਨ, ਕੈਨੇਡਾ ਦੀਆਂ ਫੈਡਰਲ ਚੋਣਾਂ ਅਕਤੂਬਰ ਦੇ ਮਹੀਨੇ ਦੇ ਵਿੱਚ ਯਾਨੀ ਕਿ ਸਿਰ ਤੇ ਆਣ ਖੜੀਆਂ ਨੇ ਔਰ ਇਹ ਇੱਕ ਰਵਾਇਤੀ ਜਿਹਾ ਦਸਤੂਰ ਹੈ ਕਿ ਚਾਹੇ ਕਿਸੇ ਵੀ ਦੇਸ਼ ਦੀਆਂ ਚੋਣਾਂ ਹੋਣ ਸਿਆਸੀ ਪਾਰਟੀ ਦੀਆਂ ਔਰ ਇਹ ਨਾ ਸਿਆਸੀ ਪਾਰਟੀਆਂ ਵਾਲੇ ਨਾ ਇੱਕ ਪਟਾਰਾ ਜਿਹਾ ਲੈ ਕੇ ਹਾਜ਼ਰ ਹੋ ਜਾਂਦੇ ਨੇ ਤੇ ਵੋਟਰ ਵੇਖਦੇ ਰਹਿੰਦੇ ਨੇ ਵੀ ਕੀ ਸੱਪ ਕੱਢਣਗੇ। ਔਰ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਖਾਸ ਤੌਰ ਤੇ ਨਾਰਥ ਅਮਰੀਕਾ ਦੀ ਗੱਲ ਕੀਤੀ ਜਾਵੇ ਤੇ ਇੱਥੇ ਚੋਣਾਂ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ, ਭਾਰਤੀ ਭਾਈਚਾਰੇ ਦੇ ਲੋਕ ਵੀ ਬੜੇ ਉਮਾਦ ਦੇ ਨਾਲ ਚੋਣਾਂ ਦੇ ਵਿੱਚ ਜੋਸ਼ ਦੇ ਨਾਲ ਹਿੱਸਾ ਪਾਉਂਦੇ ਨੇ। ਤੇ ਇਹਦੀ ਤਾਜ਼ਾ ਮਿਸਾਲ ਜਿਹੜੀ ਤੁਹਾਨੂੰ ਪਤਾ ਹੈ ਕਿ 19 ਮੈਂਬਰ ਪਾਰਲੀਮੈਂਟ ਜਿਹੜੇ ਹਾਜ਼ਰ ਨੇ। ਇੱਕ ਵੱਖਰਾ ਸਵਾਲ ਬਣਦਾ ਕਿ ਉੱਥੇ ਜਾ ਕੇ ਉਹਨਾਂ ਨੇ ਕੰਮ ਕੀਤਾ ਹੈ। ਪਰ ਅੱਜ ਦਾ ਜਿਹੜਾ ਵਿਸ਼ਾ ਹੈ, ਅੱਜ ਦੀ ਡਿਸਕਸ਼ਨ ਬਿਲਕੁਲ ਮੁਖਤਲਿਫ ਹੈ। ਅੱਜ ਦੀ ਡਿਸਕਸ਼ਨ ਇਹ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਹੁਣਾਂ ਨੇ ਇੱਕ ਬੜਾ ਕੰਟਰੋਵਰਸ਼ੀਅਲ ਜਿਹਾ ਵਿਵਾਦਿਤ ਬਿਆਨ ਦਿੱਤਾ ਹੈ ਕਿ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤੀ ਪੰਜਾਬੀ ਖਾਸ ਤੌਰ ਤੇ ਜਿਹੜੇ ਸਿੱਖ ਨੇ ਉਹ ਵੱਖਵਾਦੀ ਨੇ। ਹਾਲਾਂਕਿ ਇੱਦਾਂ ਦੀ ਕੋਈ ਗੱਲ ਨਹੀਂ, ਕਿਉਂਕਿ ਇਹਨੂੰ ਇਸ ਗੱਲ ਨੂੰ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਬੜਾ ਚੁੱਕਿਆ ਗਿਆ ਹੈ ਤੇ ਭਾਰਤੀਆਂ ਦੇ ਵਿੱਚ ਔਰ ਇਹ ਤਣਾਅ ਜਿਹਾ ਜਿਹੜਾ ਵੀ ਹਿੰਦੂ ਸਿੱਖ ਕਮਿਊਨਿਟੀ ਦੇ ਵਿੱਚ ਵੇਖਣ ਨੂੰ ਮਿਲਿਆ ਹੈ। ਤੇ ਅੱਜ ਸਾਡੇ ਨਾਲ ਪੈਨਲ ਦੇ ਵਿੱਚ ਵਿਦਵਾਨ ਬੈਠੇ ਹੋਏ ਨੇ ਜਿਨ੍ਹਾਂ ਦੀ ਇਸ ਭਾਰਤੀ ਕੈਨੇਡੀਅਨ ਸਿਆਸਤ ਦੇ ਉੱਪਰ ਡੂੰਘੀ ਪਕੜ ਹੈ। ਸੋ ਮੈਂ ਸਭ ਤੋਂ ਪਹਿਲਾਂ ਤੇ ਉਹਨਾਂ ਦੇ ਨਾਲ ਤਾਰਫ ਕਰਵਾਦਾ। ਵੈਸੇ ਤੇ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ, ਪ੍ਰਾਈਮ ਏਸ਼ੀਆ ਟੀਵੀ ਦੇ ਹਰੇਕ ਪ੍ਰੋਗਰਾਮ ਦੇ ਵਿੱਚ ਇਹ ਜਿਹੜੇ ਮਹਿਮਾਨ ਨੇ ਹਾਜ਼ਰੀ ਲਵਾਉਂਦੇ ਰਹਿੰਦੇ ਨੇ। ਮੇਰੇ ਬਿਲਕੁਲ ਖੱਬੇ ਹੱਥ ਬੈਠੇ ਨੇ ਪਰਮਜੀਤ ਸਿੰਘ ਬਿਰਦੀ ਹੁਣੀ, ਬੜੇ ਅੱਛੇ ਲੇਖਕ ਨੇ ਔਰ ਸਿੱਖੀ ਦੀ ਪ੍ਰਮਾਣਿਕ ਸੋਚ ਨੂੰ ਅਪਣਾਏ ਹੋਏ ਨੇ ਔਰ ਬਹੁਤ ਇਹਨਾਂ ਦੀ ਜਿਹੜੀ ਆ ਡੂੰਘੀ ਪਕੜ ਹੈ ਭਾਰਤੀ ਔਰ ਕੈਨੇਡੀਅਨ ਸਿਆਸਤ ਦੇ ਉੱਪਰ। ਔਰ ਨਾਲ ਸਿੱਖ ਵਿਦਵਾਨ ਇੰਦਰਜੀਤ ਸਿੰਘ ਬੱਲ ਹੁਣੀ, ਇਹਨਾਂ ਬਾਰੇ ਵੀ ਮੈਂ ਇਹੋ ਹੀ ਕਹਾਂਗਾ ਕਿ ਇਹਨਾਂ ਦੀ ਸਿਆਸਤ ਦੇ ਉੱਪਰ ਵੀ ਬੜੀ ਡੂੰਘੀ ਪਕੜ ਹੈ। ਨਾਲ ਉਹਨਾਂ ਦੇ ਬੈਠੇ ਹੋਏ ਨੇ ਬਲਰਾਜ ਦਿਓਲ ਹੁਣੀ, ਖਬਰਨਾਮਾ ਦੇ ਇਹ ਐਡੀਟਰ ਨੇ ਔਰ ਨਾਲ ਦੀ ਨਾਲ ਬੜੇ ਅੱਛੇ ਸੰਪਾਦਕੀ ਲਿਖਦੇ ਨੇ, ਬੜੇ ਅੱਛੇ ਕਾਲਮ ਨਵੀਸ ਨੇ। ਤੇ ਮੇਰੇ ਸੱਜੇ ਪਾਸੇ ਬੈਠੇ ਹੋਏ ਨੇ ਕਰਨਲ ਹੇਅਰ ਹੁਣੀ, ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਮੈਂ ਅੱਜ ਇਹਨਾਂ ਦੇ ਨਾਲ ਪਹਿਲੀ ਵਾਰੀ ਮੁਖਾਤਬ ਹੋ ਰਿਹਾ ਔਰ ਬੜੇ ਅੱਛੇ ਬੁਲਾਰੇ ਨੇ ਮੈਨੂੰ ਸੁਣਨ ਦੇ ਵਿੱਚ ਮਿਲਿਆ। ਤੇ ਉਹਨਾਂ ਦੇ ਨਾਲ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਸੰਬੰਧ ਰੱਖਦੇ ਨੇ ਧਵਨ ਸਾਹਿਬ। ਸੋ ਧਵਨ ਸਾਹਿਬ ਵੀ ਪ੍ਰਾਈਮ ਏਸ਼ੀਆ ਟੀਵੀ ਦੇ ਉੱਪਰ ਹੋਸਟ ਵੀ ਕਰਦੇ ਨੇ ਪ੍ਰੋਗਰਾਮ ਔਰ ਆਪਣੇ ਵਿਚਾਰ ਵੀ ਤੁਹਾਨੂੰ ਦਿੰਦੇ ਰਹਿੰਦੇ ਨੇ। ਸੋ ਮੇਰੇ ਖਿਆਲ ਨਾਲ ਜਿਹੜੇ ਤੁਸੀਂ ਸਾਰੇ ਆਏ ਹੋਏ ਮੇਰੇ ਤੋਂ ਸੀਨੀਅਰ ਹੋ, ਮੈਂ ਇਹਦੇ ਵਿੱਚ ਕੀ ਬੋਲਾਂ, ਮੈਂ ਕਹਿੰਦੇ ਹੁੰਦੇ ਨਾ ਕਿ ਬਾਲ ਗਰਾਊਂਡ ਦੇ ਵਿੱਚ ਸੁੱਟ ਦਿੱਤੀ ਹੈ। ਜਿਹੜਾ ਬਿਆਨ ਦਿੱਤਾ ਹੈ ਸਟੀਫਨ ਹਾਰਪਰ ਨੇ, ਇਹਦੇ ਨਾਲ ਬੜਾ ਜਿਹੜਾ ਤਣਾਅ ਹੈ ਬੱਲ ਸਾਹਿਬ। ਔਰ ਤੁਸੀਂ ਇਹਦੇ ਵਿੱਚ ਪਹਿਲਾਂ ਸਭ ਤੋਂ ਪਹਿਲਾਂ ਇਹ ਮੁੱਢਲਾ ਸਵਾਲ ਇਹ ਕੀ ਹੈ ਕਿ ਤੁਸੀਂ ਕਿਵੇਂ ਫੀਲ ਕੀਤਾ ਹੈ ਜਿਹੜਾ ਬਿਆਨ ਹੈ ਇਹਨੂੰ ਲੈ ਕੇ? ਦੇਖੋ ਜੀ ਸੰਧੂ ਸਾਹਿਬ, ਜਿਹੜੀ ਗੱਲ ਤੁਸੀਂ ਇਹ ਸ਼ੁਰੂ ਕੀਤੀ ਹੈ ਨਾ ਕਿ ਇਲੈਕਸ਼ਨ ਆਉਣ ਵਾਲੀਆਂ ਨੇ ਤੇ ਇਲੈਕਸ਼ਨ ਦੇ ਵਿੱਚ ਇਹ ਹਿੰਦੁਸਤਾਨ ਦਾ ਇਤਿਹਾਸ ਨਹੀਂ, ਇੱਥੇ ਦਾ ਵੀ ਇਤਿਹਾਸ ਹੈ ਕਿਉਂਕਿ ਮੈਨੂੰ ਇੱਥੇ ਰਹਿੰਦਿਆਂ ਬਹੁਤ ਵਰੇ ਹੋ ਗਏ ਨੇ, 45 ਵਰੇ ਹੋ ਗਏ ਨੇ ਜੀ। ਜਿਹੜਾ ਮੈਂ ਆਪਣੇ ਅੱਖੀਂ ਦੇਖਿਆ, ਦਿਓਲ ਸਾਹਿਬ ਇਸ ਚੀਜ਼ ਦੇ ਗਵਾਹ ਨੇ ਕਿ ਜਦੋਂ ਸਾਡੇ ਲੋਕ ਸਿਆਸਤ ਦੇ ਵਿੱਚ ਆਏ ਨਾ, ਪਹਿਲਾਂ ਇਸੇ ਤਰ੍ਹਾਂ ਦੀਆਂ ਲੜਾਈਆਂ ਇਟਾਲੀਅਨ ਵਰਸਸ ਪੁਰਤਗੀਜ਼, ਗ੍ਰੀਕ ਵਰਸਸ ਟਰਕਿਸ਼, ਚੈਕਸ ਵਰਸਸ ਪੋਲਿਸ਼ ਤੇ ਆਇਰਿਸ਼ ਵਰਸਸ ਇੰਗਲਿਸ਼, ਯੂਨੀਅਨ ਵਰਸਸ ਚਰਚਿਸ। ਇਹ ਜਿਹੜਾ ਨਾ ਜੋ ਇਹ ਸਿਆਸਤ ਦਾ ਜਿਹੜਾ ਇਹਨਾਂ ਸਿਆਸਤਦਾਨਾਂ ਦਾ ਮੁੱਢਲਾ ਅਸੂਲ ਹੈ, ਇਲੈਕਸ਼ਨ ਜਿੱਤਣੀ ਹੈ ਤੇ ਇਹਨਾਂ ਲੋਕਾਂ ਨੂੰ ਡਿਵਾਈਡ ਕਿੱਦਾਂ ਕਰਨਾ ਹੈ। ਇਹ ਪਹਿਲਾਂ ਵੀ ਇਹੋ ਜਿਹੀਆਂ ਚਾਲਾਂ ਇਹੋ ਜਿਹੀਆਂ ਚੱਲੀਆਂ ਗਈਆਂ। ਇਹ ਸਾਰੀ ਗੱਲ ਜਿਹੜੀ ਅੱਜ ਆਪਾਂ ਸ਼ੁਰੂ ਕੀਤੀ ਹੈ ਜੀ, ਮੇਰਾ ਖਿਆਲ ਸਟੀਵਨ ਹਾਰਪਰ ਦੇ ਬਿਆਨ ਤੋਂ ਇਹ ਗੱਲ ਹੋਈ ਵੀ ਇੱਥੇ ਖਾਲਿਸਤਾਨੀਆਂ ਨੂੰ ਕੋਈ ਜਗ੍ਹਾ ਨਹੀਂ ਤੇ ਜੋ ਬਲਾ ਕਰਕੇ ਤੇ ਉਹਦਾ ਫਿਰ ਉਹਨਾਂ ਦੇ ਪਾਰਟੀ ਲੀਡਰ ਨੇ ਉਸ ਚੀਜ਼ ਨੂੰ ਮੰਨਿਆ ਵੀ ਨਹੀਂ, ਕੰਡੈਮ ਵੀ ਕੀਤਾ ਐਂਡਰਿਊ ਸ਼ੀਰ ਨੇ ਵੀ ਅਸੀਂ ਇਹਦੇ ਨਾਲ ਸਹਿਮਤ ਨਹੀਂ ਹਾਂ। ਮੈਂ ਸਮਝਦਾ ਕਿ ਇਹ ਬੜੀ ਬਚਕਾਨਾ ਜਿਹੀ ਗੱਲ ਸੀ। ਸਟੀਵਨ ਹਾਰਪਰ ਸਾਹਿਬ ਬੇਸ਼ੱਕ ਸਾਡੇ ਆਨਰੇਬਲ ਪ੍ਰਾਈਮ ਮਿਨਿਸਟਰ ਰਹੇ ਨੇ, ਪਰ ਅੱਜ ਤਾਂ ਹੁਣ ਸਾਡੇ ਵਾਂਗੀ ਸਿਟੀਜ਼ਨ ਨੇ ਨਾ, ਕੈਨੇਡੀਅਨ ਪ੍ਰਾਈਵੇਟ ਸਿਟੀਜ਼ਨ ਨੇ। ਪਰ ਕਿਸੇ ਸਮੇਂ ਬਲ ਸਾਹਿਬ, ਮੈਂ ਮਾਫ ਕਰਨਾ, ਕਿਸੇ ਸਮੇਂ ਹਾਰਪਰ ਸਾਹਿਬ ਨੇ ਹੁਣਾਂ ਨੇ ਇਹ ਵੀ ਕਿਹਾ ਸੀਗਾ ਵੀ ਇੱਕ ਸਮੇਂ ਜਦੋਂ ਖੁਦ ਪ੍ਰਧਾਨ ਮੰਤਰੀ ਹੁੰਦੇ ਸੀ ਵੀ ਕੈਨੇਡਾ ਜਿਹੜਾ ਹੈਗਾ ਵੀ ਆਜ਼ਾਦ ਮੁਲਕ ਹੈ, ਹਰੇਕ ਨੂੰ ਬੋਲਣ ਦਾ ਹੱਕ ਹੈ। ਤੇ ਇਹ ਉਹਨਾਂ ਦੇ ਇਸ ਬਿਆਨ ਦੇ ਨਾਲ ਇਹ ਵੀ ਗੱਲ ਜਿਹੜੀ ਬਿਰਦੀ ਸਾਹਿਬ ਕਿ ਵੀ ਜਿਹੜੀ ਮਤਲਬ ਕਹਿੰਦੇ ਹੁੰਦੇ ਨਾ ਵੀ ਜ਼ਾਹਿਰ ਹੁੰਦੀ ਪਈ ਹੈ ਕਿ ਵੀ ਦਰਅਸਲ ਸਾਰੇ ਸਿੱਖ ਵੱਖਵਾਦੀ ਨਹੀਂ, ਇੱਕ ਵੱਖਰੀ ਮਤਲਬ ਸੋਚ ਦੇ ਧਾਰਨੀ ਕੁਝ ਨੇ ਤੇ ਬਾਕੀ ਜਿਹੜੀ ਆ ਉਹਨਾਂ ਨੂੰ ਮਤਲਬ ਸਾਰੇ ਭਾਰਤੀ ਭਾਈਚਾਰੇ, ਸਿੱਖ ਭਾਈਚਾਰੇ ਨੂੰ ਇੱਦਾਂ ਲਿਆ ਜਾ ਰਿਹਾ। ਪਰ ਮੈਂ ਸਮਝਦਾ ਕਿ ਜਿਹੜੀ ਇਹੋ ਜਿਹੀ ਗੱਲ ਉਹਨਾਂ ਨੇ ਕਰਕੇ ਸ਼ੁਰੂ ਕੀਤੀ ਇਹ ਬੜੀ ਮੰਦਭਾਗੀ ਸੀ, ਕਰਨੀ ਨਹੀਂ ਸੀ ਚਾਹੀਦੀ ਕਿਉਂਕਿ ਨਾ ਤਾਂ ਕਿਸੇ ਪਾਰਟੀ ਦੇ ਹੈੱਡ ਨੇ ਉਹ ਤੇ ਉਹ ਤੇ ਐਜ਼ ਏ ਗੈਸਟ ਆਏ ਸਨ ਤੇ ਉਹ ਜਿਹੜਾ ਚੀਫ ਗੈਸਟ ਹੈ ਉਹਦੀ ਮਰਿਆਦਾ ਨੂੰ ਉੱਥੇ ਬਰਕਰਾਰ ਰੱਖਦੇ ਹੋਏ, ਕਿਉਂਕਿ ਸਾਡੀ ਕਮਿਊਨਿਟੀ ਇੱਕ ਹੈ। ਬਿਲਕੁਲ ਸਹੀ। ਆਪਾਂ ਹੁਣ ਜੇ ਸਾਨੂੰ ਹਿੰਦੂ ਤੇ ਸਿੱਖਾਂ ਨੂੰ ਵੱਖਰੇ ਕਰਕੇ ਪੜ੍ਹਨਗੇ ਉਹਦਾ ਨੁਕਸਾਨ ਸਾਨੂੰ ਤੇ ਹੋਏਗਾ ਹੀ ਹੋਏਗਾ।
ਪਰ ਇਸ ਮੁਲਕ ਨੂੰ ਵੀ ਉਹਦਾ ਨੁਕਸਾਨ ਹੋਏਗਾ। ਜੀ। ਸੋ ਮੈਂ ਸਮਝਦਾ ਕਿ ਇਹਨਾਂ ਚੀਜ਼ਾਂ ਨੂੰ ਸਾਨੂੰ ਅਵੋਇਡ ਕਰਨਾ ਚਾਹੀਦਾ ਜੀ। ਬਿਰਦੀ ਸਾਹਿਬ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ? ਬਲ ਸਾਹਿਬ ਨੇ ਬਹੁਤ ਵਧੀਆ ਗੱਲ ਕੀਤੀ ਹੈ ਜੀ। ਹਰਪ੍ਰੀਤ ਸਾਹਿਬ ਨੇ ਉਸ ਕਪੈਸਿਟੀ ਦੇ ਵਿੱਚ ਗੱਲ ਕੀਤੀ ਵੀ ਜਿਸ ਤਰੀਕੇ ਨਾਲ ਉਹ ਸਾਰੀ ਕੰਜ਼ਰਵੇਟਿਵ ਪਾਰਟੀ ਨੂੰ ਲੀਡ ਕਰਦੇ ਆ ਜੀ। ਤੇ ਸਾਰੀ ਕੰਜ਼ਰਵੇਟਿਵ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਹੋਏ ਉਹ ਬਿਆਨ ਦੇ ਰਹੇ ਆ। ਉਹਨਾਂ ਨੇ ਉਹਦੇ ਬਿਆਨ ਦੀ ਜੇ ਵਰਡਿੰਗ ਦੇਖੋ ਨਾ ਜੀ, ਵੀ ਮੈਂ ਤੇ ਮੇਰੀ ਪਾਰਟੀ ਤੇ ਮੇਰਾ ਆਉਣ ਵਾਲਾ ਪ੍ਰਧਾਨ ਮੰਤਰੀ, ਬਿਲਕੁਲ ਸਹੀ। ਉਹ ਐਂ ਕਰ ਉਹਨਾਂ ਨੇ ਸਟੇਟਮੈਂਟ ਦੇ ਵਿੱਚ ਲਹਿਜਾ ਉਹਨਾਂ ਦਾ ਇਹ ਸੀਗਾ ਜੀ ਵੀ ਆਈ ਐਮ ਦਾ ਬਿਗ ਬੌਸ, ਤੇ ਜਿਹੜਾ ਐਂਡਰੂ ਸ਼ੀਰ ਹੈ ਉਹ ਮੇਰੀ ਪਾਰਟੀ ਦਾ ਪ੍ਰਧਾਨ ਹੈ ਤੇ ਸਾਡਾ ਕੱਲ ਨੂੰ ਉਹ ਪ੍ਰਧਾਨ ਮੰਤਰੀ ਬਣਨਾ ਹੈ, ਤੇ ਉਸ ਕਰਕੇ ਸਾਡੀ ਪਾਰਟੀ ਤੇ ਨਾਲ ਦੀ ਨਾਲ ਸਾਡੀ ਬੜੀ ਸੋਹਣੀ ਟਾਈ ਰਹੂਗੀ। ਪਰ ਉਹਨਾਂ ਨੇ ਟਾਈ ਇੰਡੀਆ ਨਾਲ ਨਹੀਂ ਕਹੀ ਜੀ। ਇੱਕ ਹੋਰ ਨੋਟ ਕਰਨ ਵਾਲੀ ਗੱਲ ਹੈ ਜਿਹੜੀ ਬੜੀ ਬਰੀਕੀ ਜਾਣ ਦੀ ਲੋੜ ਹੈ ਜੀ। ਉਹ 'ਚ ਉਹਨਾਂ ਨੇ ਇਹ ਕਿਹਾ ਵੀ ਸਾਡੀ ਕੰਜ਼ਰਵੇਟਿਵ ਪਾਰਟੀ ਤੇ ਇੰਡੀਆ ਦੀ ਭਾਰਤੀ ਜਨਤਾ ਪਾਰਟੀ ਜੀ, ਜਦੋਂ ਕਿ ਇਹ ਟੋਟਲੀ ਅਨਐਥੀਕਲ ਬਿਹੇਵੀਅਰ ਸੀ ਉਹਨਾਂ ਦਾ ਜੀ, ਜਿਹੜਾ ਉਹਨਾਂ ਨੇ ਕੀਤਾ ਇਹ ਕਿਸੇ ਵੀ ਕਿਉਂਕਿ ਭਾਰਤੀ ਜਨਤਾ ਪਾਰਟੀ ਅੱਜ ਸਰਕਾਰ 'ਚ ਆ, ਉਹ ਇੱਕ ਪੋਲੀਟੀਕਲ ਪਾਰਟੀ ਹੈ ਜੀ, ਭਾਰਤ ਸਰਕਾਰ ਨਹੀਂ ਹੈਗੀ ਉਹ। ਬਿਲਕੁਲ ਠੀਕ। ਠੀਕ ਹੈ ਜੀ। ਜਦੋਂ ਵੀ ਇੱਥੇ ਪਹਿਲੀਆਂ ਜਿਵੇਂ ਬਲ ਸਾਹਿਬ ਨੇ ਉਦਾਹਰਨ ਦਿੱਤੀਆਂ, ਪਹਿਲੇ ਕਿੰਨੇ ਮੁਲਕਾਂ ਦੇ ਜਿਵੇਂ ਇਹਨਾਂ ਨੇ ਗੱਲ ਕੀਤੀ ਵੀ ਹੋਰ ਵੀ ਇਸ ਤਰ੍ਹਾਂ ਦੀਆਂ ਲੜਾਈਆਂ ਹੁੰਦੀਆਂ ਰਹੀਆਂ, ਇਟਾਲੀਅਨ ਦੀ ਪੁਰਤਗੀਜ਼ ਨਾਲ ਹੋਈ, ਫਲਾਣੇ ਨਾਲ ਹੋਈ, ਉਦੋਂ ਉਹ ਮੁਲਕਾਂ ਦੇ ਬੇਸ ਤੇ ਕਿਤੇ ਨਾ ਕਿਤੇ ਡਿਫਰੈਂਸ ਪੈਦਾ ਕਰਨ ਦੀ ਕੋਸ਼ਿਸ਼ ਕੀਤੀ। ਪਰ ਇੱਕ ਪੋਲੀਟੀਕਲ ਪਾਰਟੀ ਦਾ ਨਾਂ ਲੈ ਕੇ, ਇੱਕ ਫਾਸਿਸਟ ਪੋਲੀਟੀਕਲ ਪਾਰਟੀ ਦਾ ਨਾਂ ਲੈ, ਕਿਉਂਕਿ ਇਹੋ ਜਿਹੀ ਗੱਲ ਕਰਨ ਵਾਲੀ ਇਹ ਪਹਿਲੀ ਵਾਰ ਬਿਆਨ ਆਇਆ ਜੀ ਕਿਸੇ ਦਾ, ਜਿਹੜਾ ਕਿ ਰੀਅਲੀ ਮੰਦਭਾਗਾ ਸੀਗਾ ਜੀ, ਨਹੀਂ ਸੀ ਗੱਲ ਕਰਨੀ ਚਾਹੀਦੀ। ਪਰ ਉਸ ਗੱਲ ਨੂੰ ਲੈ ਕੇ ਜਿਵੇਂ ਮੇਨ ਸਟ੍ਰੀਮ ਦੇ ਵਿੱਚ ਉਹ ਗੱਲ ਨੂੰ ਉਛਾਲਿਆ ਗਿਆ, ਉਸ ਗੱਲ ਨੂੰ ਲੈ ਕੇ ਤੇ ਇੱਥੋਂ ਦੇ ਵੀ ਕੁਝ ਸਾਡੇ ਕੀ ਕਹੋ ਜੀ, ਉਹਨਾਂ ਨੂੰ ਵਰਡ ਨਹੀਂ ਮੈਂ ਯੂਜ਼ ਕਰਨਾ ਚਾਹੀਦਾ ਔਨ ਏਅਰ, ਇਹੋ ਜਿਹੇ ਬੰਦਿਆਂ ਨੇ ਉਸ ਗੱਲ ਨੂੰ ਉਛਾਲ ਕੇ ਕਿੱਥੋਂ ਤੱਕ ਪਹੁੰਚਾਇਆ, ਹਿੰਦੂ ਸਿੱਖਾਂ ਦੀ ਲੜਾਈ ਤੱਕ ਉਹ ਗੱਲ ਪਹੁੰਚਾ ਦਿੱਤੀ ਗਈ, ਜਦੋਂ ਕਿ ਨਾ ਉਸ ਸੰਸਥਾ ਦਾ ਜਿਹਨੇ ਉਹ ਪ੍ਰੋਗਰਾਮ ਕਰਾਇਆ ਸੀ, ਉਹ ਨਾ ਜੀ ਇੰਡੋ ਕੈਨੇਡੀਅਨ ਫਰੈਂਡਸ਼ਿਪ ਦੇ ਨਾਂ ਤੇ ਉਹ ਕੰਮ ਕਰਦੇ ਜੀ। ਬਿਲਕੁਲ ਸਹੀ। ਤੇ ਇਹਦੇ ਵਿੱਚ ਕਿਹੋ ਜਿਹੀ ਫਰੈਂਡਸ਼ਿਪ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ, ਜਦੋਂ ਕਿ ਵਿਦਨ ਇੱਥੋਂ ਦੇ ਜਦੋਂ ਅਸੀਂ ਇੱਥੋਂ ਇਮੀਗ੍ਰੈਂਟ ਆਏ ਆ, ਉੱਥੇ ਹਿੰਦੂ ਵੀ ਭਾਰਤੀ ਹੈਗੇ ਆ, ਸਿੱਖ ਵੀ ਭਾਰਤੀ ਆ, ਮੁਸਲਮਾਨ ਵੀ ਭਾਰਤੀ ਹੈਗੇ ਆ, ਹੋਰ ਵੀ ਕ੍ਰਿਸਚਨ ਵੀ ਭਾਰਤੀ ਹੈਗੇ ਆ ਜਿਹੜੇ ਉੱਥੋਂ ਆਏ ਹੋਏ ਆ। ਅਸੀਂ ਸਿੱਖ ਬੈਠੇ ਆ, ਅਸੀਂ ਵੀ ਭਾਰਤੀ ਆ ਜੀ। ਉਹਨਾਂ ਨੇ ਸਾਨੂੰ ਵੀ ਲਗਥਾ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬਿਆਨ ਦੇ ਕੇ ਉਹ, ਤੇ ਇਹ ਜਿਹੜੀ ਚੀਜ਼ਾਂ ਜੀ ਰੀਅਲੀ ਮੰਦਭਾਗੀ ਆ। ਜੇ ਇਹ ਜਿਵੇਂ ਬਲ ਸਾਹਿਬ ਨੇ ਵੀ ਗੱਲ ਕੀਤੀ ਹੈ, ਜੇ ਇਹ ਗੱਲ ਇਦਾਂ ਹੀ ਅੱਗੇ ਜਾਂਦੀ ਹੈ, ਜਿਵੇਂ ਕਿ ਇੱਕ ਹੋਰ ਫੰਕਸ਼ਨ ਦੇ ਵਿੱਚ ਵੀ ਹੋਰ ਕੁਝ ਵੀ ਹੋਇਆ, ਆਪਾਂ ਗਾਂਹ ਜਾ ਕੇ ਡਿਸਕਸ ਕਰਦੇ ਹਾਂ, ਉਹਦੇ ਵਿੱਚ ਜਿਹੋ ਜਿਹੇ ਪਾਸੇ ਤੁਰ ਪਿਆ ਸਾਡਾ ਭਾਰਤੀ ਭਾਈਚਾਰਾ ਤੁਰ ਪਿਆ, ਇਹ ਕੈਨੇਡਾ ਵਾਸਤੇ ਰੀਅਲੀ ਇਹ ਮਾੜਾ ਹੈਗਾ ਹੀ ਹੈਗਾ ਜੀ। ਪਰ ਮੈਂ ਗੱਲ ਅੱਗੇ ਵਧਾਉਂਦਾ, ਸਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਜਿਹੜੀਆਂ ਹੈਗੀਆਂ ਜੀ, ਸਾਡੇ ਗਾਂਹ ਜਿਹੜੇ ਬੱਚੇ ਪੈਦਾ ਹੋਣੇ ਆ, ਗਾਂਹ ਜਿਹੜੇ ਜਿਨ੍ਹਾਂ ਨੇ ਗਾਂਹ ਕੈਨੇਡਾ ਦਾ ਭਵਿੱਖ ਬਣਨਾ, ਉਹਦੇ 'ਚ ਹਿੰਦੂ ਵੀ ਆ, ਸਿੱਖ ਵੀ ਆ, ਸਾਰੇ ਹੀ ਆ, ਉਹਨਾਂ 'ਤੇ ਵੀ ਇਸ ਚੀਜ਼ ਦਾ ਗਲਤ ਅਸਰ ਪਊਗਾ। ਮੈਨੂੰ ਯਾਦ ਹੈ ਕਿਤੇ ਜੀ ਇੱਕ ਦਿਨ ਰੁਪਿੰਦਰ ਸਿੰਘ ਹੇਰ ਜੀ ਨੇ ਕਿਹਾ ਸੀਗਾ ਵੀ ਸਕੂਲਾਂ ਦੇ ਵਿੱਚ ਇਦਾਂ ਦੀ ਡਿਫਰੈਂਸ ਪੈਦਾ ਹੋ ਰਹੇ, ਫਲਾਣਾ ਹੋ ਰਿਹਾ, ਟਮਕਾ ਹੋ ਰਿਹਾ। ਉਹਦੇ ਜੇ ਉਸ ਗੱਲ ਨੂੰ ਇੱਥੋਂ ਲੈ ਕੇ ਅੱਗੇ ਜਾਣ ਦੀ ਕੋਸ਼ਿਸ਼ ਕਰੀਏ ਤੇ ਬਹੁਤ ਖਤਰਨਾਕ ਰੁਝਾਨ ਹੈ ਜੀ ਇਹ। ਜੇ ਇੱਥੇ ਨਾ ਠੱਪ ਕੀਤਾ ਇਹਨੂੰ ਤੇ ਸਾਡੇ ਸਾਰਿਆਂ ਵਾਸਤੇ ਮੰਦਭਾਗਾ ਹੋਊਗਾ ਜੀ। ਦਿਲ ਸਾਹਿਬ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਮੇਰੀ ਇੰਟਰਪ੍ਰੀਟੇਸ਼ਨ ਹਰਪ੍ਰੀਤ ਦੀ ਸਟੇਟਮੈਂਟ ਬਾਰੇ ਬਿਲਕੁਲ ਇਹਨਾਂ ਨਾਲੋਂ ਅਲੱਗ ਹੈ। ਠੀਕ ਹੈ ਜੀ। ਚੰਗਾ ਹੁੰਦਾ ਆਪਣੇ ਕੋਲ ਉਹ ਸਟੇਟਮੈਂਟ ਹੁੰਦੀ ਤੇ ਆਪਾਂ ਉਹਦੀਆਂ 4 ਲਾਈਨਾਂ ਪਹਿਲਾਂ ਪੜ੍ਹ ਕੇ ਤੇ ਫੇਰ ਹੀ ਗੱਲ ਕਰਦੇ। ਸਹੀ। ਇੱਕ ਤੇ ਇਹ ਆ ਵੀ ਹਰਪ੍ਰੀਤ ਦੀ ਜਿਹੜੀ ਉਹ ਸਟੇਟਮੈਂਟ ਆ ਉਹ ਸਿੱਖਾਂ ਦੇ ਖਿਲਾਫ ਨਹੀਂ, ਉਹਨੇ ਖਾਲਿਸਤਾਨੀ ਲਫ਼ਜ਼ ਵਰਤਿਆ। ਦੂਜਾ ਇਹ ਉਹਨੇ ਉਹਦੇ ਵਿੱਚ ਪੁਰਾਣੇ ਜਿਹੜੇ 2-4 ਸਾਲ ਪੁਰਾਣੇ ਫੈਕਟ ਆ ਜਾਂ ਮੌਜੂਦਾ ਫੈਕਟ ਆ, ਇੱਕ ਉਹਨੂੰ ਉਹਨੇ ਉਹਦੀ ਸਟੇਟਮੈਂਟ ਹੀ ਦਿੱਤੀ ਹੈ। ਉਹਨੇ ਕੋਈ ਐਸਾ ਡਾਇਰੈਕਸ਼ਨ ਨਹੀਂ ਦਿੱਤੀ ਵੀ ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਜੀ। ਜੇ ਤੁਸੀਂ ਉਸ ਸਟੇਟਮੈਂਟ ਨੂੰ ਧਿਆਨ ਨਾਲ ਸੁਣੋ ਤੇ ਉਹਨੇ ਕਿਹਾ ਵੀ ਮੇਰੀ ਸਰਕਾਰ ਤੇ ਪਾਰਟੀ ਦੀ ਅਚੀਵਮੈਂਟ ਇਹ ਆ ਕਿ ਅਸੀਂ ਜਿਹੜਾ ਖਾਲਿਸਤਾਨੀ ਅਨਸਰ ਆ ਉਹਨੂੰ ਅਸੀਂ ਨੇੜੇ ਨਹੀਂ ਲੱਗਣ ਦਿੱਤਾ। ਠੀਕ ਹੈ। ਉਹਨਾਂ ਨਾਲ ਅਸੀਂ ਰਿਲੇਸ਼ਨਸ਼ਿਪ ਰੱਖਣ ਤੋਂ ਇਨਕਾਰ ਕਰਦਾ, ਇਹ ਸਾਡੀ ਪ੍ਰਾਪਤੀ ਆ ਜੀ। ਇਹਦਾ ਮਤਲਬ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਉਹਦੀ ਸਰਕਾਰ ਸੀ ਜੀ, ਉਹ ਹੁਣ ਦੀ ਗੱਲ ਨਹੀਂ ਕਰ ਰਿਹਾ ਜੀ। ਦੂਜੀ ਸਟੇਟਮੈਂਟ ਦੇ ਵਿੱਚ ਉਹਨੇ ਇਹ ਕਿਹਾ ਕਿ ਕੁਝ ਲੋਕ ਉਹ ਜਿਹੜੇ ਭਾਰਤ ਦੀਆਂ ਇੱਥੇ ਉਹ ਲੜਾਈਆਂ ਨੂੰ ਇੰਪੋਰਟ ਕਰ ਰਿਹਾ ਜੀ, ਉਹਨਾਂ ਨੂੰ ਡਿਸਕਰੇਜ ਕਰਨ ਦੀ ਉਹਨੇ ਗੱਲ ਕੀਤੀ ਹੈ। ਠੀਕ ਹੈ। ਤੀਜਾ ਉਹਨੇ ਜਿਹੜਾ ਫੈਕਟ ਉਹਦੇ ਵਿੱਚ ਡਿਸਕਲੋਜ਼ ਕੀਤਾ, ਸਗੋਂ ਸਾਨੂੰ ਐਪਰੀਸ਼ੀਏਟ ਕਰਨਾ ਚਾਹੀਦਾ, ਉਹਨੇ ਫੈਕਟ ਡਿਸਕਲੋਜ਼ ਕੀਤਾ। ਉਹਨੇ ਇਹ ਕਿਹਾ ਕਿ ਮੈਂ ਇੰਟਰਨੈਸ਼ਨਲ ਸੱਜੇ ਪੱਖੀ 80 ਪਾਰਟੀਆਂ ਦੀ ਇੱਕ ਕੋਲੀਸ਼ਨ ਆ, ਮੈਂ ਉਹਦਾ ਚੇਅਰਮੈਨ ਆ ਜੀ, ਤੇ ਇਨਸੀਡੈਂਟਲੀ ਉਸ ਕੋਲੀਸ਼ਨ ਦੀ ਬੀਜੇਪੀ ਵੀ ਮੈਂਬਰ ਆ ਤੇ ਸਾਡੀ ਕੰਜ਼ਰਵੇਟਿਵ ਪਾਰਟੀ ਵੀ ਮੈਂਬਰ ਆ, ਵਿਚ ਇਜ਼ ਅ ਜਸਟ ਅ ਫੈਕਟ ਜੀ। ਉਹਨੇ ਅਸਲੀਅਤ ਬਿਆਨ ਕੀਤੀ, ਉਹਨੇ ਕੁਝ ਲੁਕੋਇਆ ਨਹੀਂ। ਅਗਲੀ ਗੱਲ ਉਹਨੇ ਇਹ ਕਹਿ ਦਿੱਤੀ ਕਿ ਮੈਂ ਕੈਨੇਡਾ ਤੇ ਇੰਡੀਆ ਦੇ ਮੌਜੂਦਾ ਰਿਲੇਸ਼ਨਸ ਦੇ ਉੱਤੇ ਕੋਈ ਬਹੁਤਾ ਕਹਿਣਾ ਨਹੀਂ ਚਾਹੁੰਦਾ, ਕੋਈ ਤਬਸਰਾ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇਹ ਸਟੇਟ ਕਰਨਾ ਚਾਹੁੰਦਾ ਵੀ ਆਨਰੇਬਲ ਮੋਦੀ ਪ੍ਰਾਈਮ ਮਿਨਿਸਟਰ ਤੇ ਇਧਰੋਂ ਸ਼ੀਅਰ ਜਦੋਂ ਪ੍ਰਧਾਨ ਮੰਤਰੀ ਬਣ ਗਏ ਤੇ ਮੈਂ ਇਹਨਾਂ ਦੇ ਵਿਚਾਲੇ ਦੋਵਾਂ ਦੇਸ਼ਾਂ ਨੂੰ ਨੇੜੇ ਲਿਆਉਣ ਲਈ ਕੰਮ ਕਰਾਂਗਾ। ਉਹ ਵੀ ਕੋਈ ਸਟੇਟਮੈਂਟ ਬੁਰੀ ਨਹੀਂ ਹੈ। ਇਹ 4 ਚੀਜ਼ਾਂ ਮੈਂ ਤੁਹਾਡੇ ਸਾਹਮਣੇ ਸਟੇਟ ਕਰਦੀਆਂ, ਪਰ ਇਹਦੇ ਨਾਲ ਮੈਂ 1-2 ਚੀਜ਼ਾਂ ਹੋਰ। ਤੁਸੀਂ ਦਿਲ ਸਾਹਿਬ ਜਿਹੜੀ ਸਟੇਟਮੈਂਟ ਜਿਹੜੀ ਹੈ ਉਹ ਪੜ੍ਹ ਦਿੱਤੀ ਹੈ ਤੇ ਇਸ ਤੋਂ ਬਾਅਦ ਜਿਹੜੇ ਵਿਚਾਰ ਆ ਫਿਰ ਆਪਾਂ ਲੈਣੇ, ਕਿਉਂਕਿ ਸਮਾਂ ਹੁਣ ਇੱਕ ਵਕਫੇ ਦਾ ਹੋ ਗਿਆ ਜੀ ਤੇ ਆਪਾਂ ਵਕਫਾ ਲੈ ਲਈਏ।
ਸੋ ਜਿਹੜੀ ਸਟੇਟਮੈਂਟ ਸਟੀਫਨ ਹਾਰਪਰ ਹੁਣਾਂ ਨੇ ਦਿੱਤੀ ਹੈ ਔਰ ਜਿੱਥੇ ਅਸੀਂ ਸ਼ਬਦ ਯੂਜ਼ ਕਰ ਰਹੇ ਸਿੱਖ ਵੱਖਵਾਦੀ ਔਰ ਬਲਰਾਜ ਦਿਓਲ ਹੁਣਾਂ ਨੇ ਕਿਹਾ ਹੈ ਕਿ ਵੀ ਉਹ ਦਿਓਲ ਸਾਹਿਬ ਆਪਣੇ ਬਲ ਸਾਹਿਬ ਔਰ ਬਿਰਦੀ ਸਾਹਿਬ ਦੇ ਵਿਚਾਰਾਂ ਤੋਂ ਬਿਲਕੁਲ ਮੁਖਤਲਿਫ ਥੋੜਾ ਜਿਹਾ ਵਿਚਾਰ ਰੱਖਦੇ ਨੇ ਔਰ ਸਾਡੇ ਪ੍ਰਾਈਮ ਏਸ਼ੀਆ ਜਿਹੜੀ ਟੀਮ ਹੈ ਸਾਡਾ ਜਿਹੜਾ ਕੰਮ ਹੈ ਜੀ ਸਿਰਫ ਅਸੀਂ ਫੈਕਟਸ ਲੈ ਕੇ ਆਉਣੇ ਆ ਅਸੀਂ ਕਿਸੇ ਚੀਜ਼ ਦੇ ਵਿੱਚ ਜਿਹੜਾ ਜੀ ਹਾਂ ਪੱਖੀ ਨਾ ਪੱਖੀ ਅਸੀਂ ਬੈਲੈਂਸ ਜਿਹੜੀ ਆ ਉਹ ਗੱਲ ਕਰਦੇ ਆ ਸੋ ਕਾਫੀ ਗੱਲਾਂ ਜਿਹੜੀਆਂ ਹੋ ਰਹੀਆਂ ਸੀ ਇਸ ਮੁੱਦੇ ਬਾਰੇ ਕਰ ਰਹੀਆਂ ਸੋ ਇਸ ਵਕਫੇ ਤੋਂ ਬਾਅਦ ਕਰਦੇ ਆ ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਔਰ ਅੱਜ ਦੀ ਡਿਸਕਸ਼ਨ ਉਹ ਚੱਲ ਰਹੀ ਹੈ ਕਿ ਕੰਜ਼ਰਵੇਟਿਵ ਜਿਹੜੇ ਸਾਬਕਾ ਪ੍ਰਧਾਨ ਮੰਤਰੀ ਸੀਗੇ ਸਟੀਫਨ ਹਾਰਪਰ ਔਰ ਉਹਨਾਂ ਨੇ ਇੱਕ ਬਿਆਨ ਦਿੱਤਾ ਜਿਹਦੇ ਨਾਲ ਹਿੰਦੂ ਸਿੱਖ ਭਾਈਚਾਰੇ ਦੇ ਵਿੱਚ ਥੋੜਾ ਜਿਹਾ ਤਣਾਅ ਪੈਦਾ ਹੋਇਆ ਉਹਦੇ ਬਾਰੇ ਬਲਰਾਜ ਦਿਓਲ ਹੁਣਾਂ ਨੇ ਕੀ ਬਿਆਨ ਸੀ ਉਹਦਾ ਨਿਚੋੜ ਦੱਸਿਆ ਤੇ ਉਹਦੇ ਬਾਰੇ ਅਗਲੀ ਗੱਲਬਾਤ ਅੱਜ ਦੇ ਆਏ ਹੋਏ ਮਹਿਮਾਨਾਂ ਦੇ ਨਾਲ ਕਰਦੇ ਆ ਸੋ ਦਿਓਲ ਸਾਹਿਬ ਜਿਹੜਾ ਸਟੀਫਨ ਹਾਰਪਰ ਹੁਣਾਂ ਦਾ ਬਿਆਨ ਸੀ ਉਹਦਾ ਤੁਸੀਂ ਨਿਚੋੜ ਦੱਸਿਆ ਕਿ ਉਹਨਾਂ ਨੇ ਆਹ ਵਾਲੀਆਂ ਗੱਲਾਂ ਕੀਤੀਆਂ ਔਰ ਮੈਂ ਤੁਹਾਡੇ ਜਿਹੜੇ ਨਿੱਜੀ ਵਿਚਾਰ ਨੇ ਉਹ ਤੁਸੀਂ ਦੱਸੋ ਜੀ ਹਾਂਜੀ ਇਸ ਬਿਆਨ ਦੇ ਨਾਲ ਹਾਰਪਰ ਦੇ ਬਿਆਨ 2012 ਦੇ ਬਿਆਨ ਬਾਰੇ ਬਲ ਸਾਹਿਬ ਨੇ ਜ਼ਿਕਰ ਕੀਤਾ ਜੀ ਤੁਸੀਂ ਵੀ ਸ਼ਾਇਦ ਗੱਲਬਾਤ ਦੌਰਾਨ ਕਿਹਾ ਸੀ ਕਿ ਸ਼ਾਇਦ ਉਹਨੇ ਇੰਡੀਆ ਦੇ ਦੌਰੇ 'ਚ ਕਿਹਾ ਸੀ ਕਿ ਇਹ ਕੈਨੇਡਾ ਵਿੱਚ ਲਿਖਣ ਬੋਲਣ ਦੀ ਆਜ਼ਾਦੀ ਆ ਤੇ ਉਹਦੇ ਮੁਤਾਬਕ ਕੋਈ ਵੀ ਖਾਲਿਸਤਾਨ ਦੀ ਮੰਗ ਕਰ ਸਕਦਾ ਮੈਂ ਉਹਦੇ ਨਾਲ ਸਹਿਮਤ ਹਾਂ ਵੀ ਉਹ ਬਿਆਨ ਉਹਨਾਂ ਨੇ ਉੱਥੇ ਵੀ ਦਿੱਤਾ ਸੀ ਪਰ ਸਟੀਵਨ ਹਾਰਪਰ ਦਾ ਪ੍ਰਧਾਨ ਮੰਤਰੀ ਹੁੰਦਿਆਂ 23 ਜੂਨ 2010 ਦਾ ਜਿਹੜਾ ਬਿਆਨ ਆ ਜੇ ਤੁਸੀਂ ਉਸ ਬਿਆਨ ਨੂੰ ਦੇਖੋ ਤੇ ਉਹ ਕੈਨੇਡਾ ਇੰਡੀਆ ਫਾਊਂਡੇਸ਼ਨ ਦੇ ਬਿਆਨ ਜਿਹੜਾ 5 ਜੁਲਾਈ ਨੂੰ ਉਹਨੇ ਦਿੱਤਾ ਇਹਦੇ ਨਾਲੋਂ ਕਿਤੇ ਵੱਧ ਸਖਤ ਆ ਔਰ ਬਿਲਕੁਲ ਜਿਹੜੇ ਬੰਦੇ ਐਨਾਲਾਈਜ਼ ਕਰ ਰਹੇ ਕਿਸੇ ਨੂੰ ਉਹ ਬਿਆਨ ਯਾਦ ਵੀ ਨਹੀਂ ਮੈਂ ਉਹਦੇ ਉਸ ਬਿਆਨ ਐਡੀਟੋਰੀਅਲ ਲਿਖ ਕੇ ਮੈਂ ਉਸ ਬਿਆਨ ਦਾ ਦੇ ਕੁਝ ਜਿਹੜੇ ਅੰਸ਼ ਆ ਉਹਦੇ ਵਿੱਚ ਦਿੱਤੇ ਆ ਤੁਸੀਂ ਜੇ ਉਸ ਬਿਆਨ ਨੂੰ ਪੜ੍ਹੋ ਤੇ ਏਅਰ ਇੰਡੀਆ ਦੀ ਬੰਬ ਡਿਜ਼ਾਸਟਰ ਦੀ 25ਵੀਂ ਯੂਨੀਵਰਸਿਟੀ ਤੇ ਟੋਰਾਂਟੋ ਵਿੱਚ ਜਿਹੜਾ ਮੈਮੋਰੀਅਲ ਲੇਕ ਕਿਨਾਰੇ ਬਣਿਆ ਆ ਉੱਥੇ ਵੱਖ-ਵੱਖ ਪਾਰਟੀਆਂ ਦੇ ਲੀਡਰ ਹਾਜ਼ਰ ਸੀ ਓਨਟਾਰੀਓ ਦਾ ਪ੍ਰੀਮੀਅਰ ਡਾਲਟਨ ਬਗੈਂਟੀ ਉੱਥੇ ਸੀ ਉਹਨਾਂ ਨੂੰ ਸੰਬੋਧਿਤ ਹੁੰਦਿਆਂ ਸਟੀਵਨ ਹਾਰਪਰ ਨੇ ਕਿਹਾ ਸੀ ਵੀ ਮੇਰੇ ਜਿਹੜੇ ਫੈਲੋ ਵੱਖ-ਵੱਖ ਵਿਚਾਰਧਾਰਾ ਦੇ ਰਾਜਸੀ ਆਗੂ ਆ ਤੇ ਮੈਂ ਇਹਨਾਂ ਨੂੰ ਗੁਜ਼ਾਰਿਸ਼ ਕਰਨੀ ਚਾਹੁੰਦਾ ਕਿ ਸਾਨੂੰ ਜਿਹੜੇ ਅੱਤਵਾਦੀ ਅਨਸਰ ਆ ਉਹਨਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਉਹਨਾਂ ਤੋਂ ਦੂਰ ਰਹਿਣਾ ਚਾਹੀਦਾ ਤੇ ਸਾਨੂੰ ਚਾਹੀਦਾ ਕਿ ਅਸੀਂ ਉਹਨਾਂ ਨੂੰ ਮਾਰਜਨਲਾਈਜ਼ ਕਰੀਏ ਸਿਸਟਮੈਟਿਕਲੀ ਐਂਡ ਕੇਅਰਫੁਲੀ ਮਾਰਜਨਲਾਈਜ਼ ਕਰੀਏ ਜਿਹੜੇ ਭਾਰਤ ਵਰਗੇ ਮਹਾਨ ਦੇਸ਼ ਨੂੰ ਲਫ਼ਜ਼ ਵਰਤਿਆ ਸੀ ਗ੍ਰੇਟ ਕੰਟਰੀ ਲੁਕਿੰਗ ਫਾਰਵਰਡ ਕੰਟਰੀ ਜਿਹੜੇ ਉੱਥੇ ਦੀਆਂ ਲੜਾਈਆਂ ਨੂੰ ਪਹਿਲਾਂ ਇੱਥੇ ਇੰਪੋਰਟ ਕਰ ਰਿਹਾ ਤੇ ਫਿਰ ਵਾਪਸ ਐਕਸਪੋਰਟ ਕਰ ਰਿਹਾ ਉਹ ਬਿਆਨ ਉਹਨਾਂ ਦਾ ਪ੍ਰਧਾਨ ਮੰਤਰੀ ਹੁੰਦਿਆਂ ਉਹਨੇ ਦਿੱਤਾ ਸੀ ਔਰ ਇਹਦੇ ਨਾਲੋਂ ਕਿਤੇ ਵੱਧ ਸਖਤ ਸੀਗਾ ਔਰ ਮੈਂ ਹੈਰਾਨ ਸਪਨ ਜੀ ਇਸ ਗੱਲੋਂ ਆ ਕਿ ਬਹੁਤੇ ਲੋਕਾਂ ਦੀ ਉਹ ਮੈਮਰੀ ਵਿੱਚ ਹੀ ਨਹੀਂ ਇੱਥੋਂ ਤੱਕ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚੋਂ ਇੱਕ ਮੇਰਾ ਵਾਕਫ ਆ ਕੁਛ ਮਾੜੀ ਮੋਟੀ ਵਾਕਫੀਅਤ ਪੱਤਰਕਾਰਤਾ ਦੇ ਵਿੱਚ ਦੂਜਿਆਂ ਨਾਲ ਵੀ ਹੋ ਜਾਂਦੀ ਹੈ ਉਹਨਾਂ ਨੇ ਇਹਦੇ ਤੇ ਸਟੀਵਨ ਹਾਰਪਰ ਦੀ ਇਸ ਬਿਆਨ ਤੇ ਮੌਜੂਦਾ ਬਿਆਨ ਤੇ 5 ਜੁਲਾਈ ਵਾਲੇ ਤੇ ਇੱਕ ਆਰਟੀਕਲ ਲਿਖਿਆ ਤੇ ਮੈਂ ਉਹਨਾਂ ਨੂੰ ਮਾੜਾ ਜਿਹਾ ਕਮਿਊਨੀਕੇਟ ਕੀਤਾ ਮੈਂ ਕਿਹਾ ਜੀ ਤੁਸੀਂ ਉਹ ਪੁਰਾਣਾ ਬਿਆਨ ਪੜ੍ਹਿਆ ਕਦੀ ਉਹ ਕਹਿੰਦੇ ਮੈਂ ਤਾਂ ਪੜ੍ਹਿਆ ਨਹੀਂ ਦੱਸ ਉਹ ਮੈਂ ਉਹਨਾਂ ਨੂੰ ਸਾਰੇ ਦੀ ਸਾਰੀ ਸਟੇਟਮੈਂਟ ਸਟੀਵਨ ਹਾਰਪਰ ਦੀ ਭੇਜ ਦਿੱਤੀ ਉਹ ਵੀ ਹੈਰਾਨ ਸੀ ਉਹ ਕਹਿੰਦਾ ਜੀ ਮੈਨੂੰ ਤੇ ਸਟੇਟਮੈਂਟ ਦਾ ਪਤਾ ਹੀ ਨਹੀਂ ਸੀ ਸੋ ਕਈ ਵਾਰ ਅਸੀਂ ਬਿਨਾਂ ਪਤੇ ਹੋਣ ਤੋਂ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਆਹ ਜੀ ਬਹੁਤ ਵਰਸਟ ਹੋ ਗਿਆ ਜਦ ਕਿ ਸ਼ਾਇਦ ਪਹਿਲਾਂ ਮੈਂ ਤੇ ਉਹਨੂੰ ਵਰਸਟ ਨਹੀਂ ਕਹਿੰਦਾ ਪਰ ਕਈ ਲੋਕ ਮਹਿਸੂਸ ਕਰਨਗੇ ਵੀ ਉਹ ਇਦੋਂ ਵੀ ਸਖਤ ਸੀਗਾ ਹੁਣ ਆਪਾਂ ਇਹਦੇ ਇੰਪੈਕਟ ਦੀ ਗੱਲ ਕਰਾਂਗੇ ਵੀ ਇਹਦਾ ਇੰਪੈਕਟ ਕੀ ਹੋਇਆ ਮੈਨੂੰ ਨਹੀਂ ਲੱਗਦਾ ਵੀ ਇਹਦੇ ਨਾਲ ਕੋਈ ਹਿੰਦੂ ਸਿੱਖ ਟੈਨਸ਼ਨ ਇਹਦੇ ਨਾਲ ਇੱਕਦਮ ਪੈਦਾ ਹੋਊਗੀ ਜਿਹੜੀ ਹਾਰਪਰ ਨੇ ਗੱਲ ਕਹਿ ਦਿੱਤੀ ਜੋ ਸ਼ੀਅਰ ਨੇ ਗੱਲ ਕਹੀ ਉਹ ਵੀ ਕੋਈ ਜੱਗੋਂ 13ਵੀਂ ਨਹੀਂ ਉਹਨੇ ਕਿਹਾ ਜੀ ਲਿਖਣ ਬੋਲਣ ਦੀ ਆਜ਼ਾਦੀ ਜਿਹੜੀ ਆ ਉਹਦਾ ਅਸੀਂ ਰਿਸਪੈਕਟ ਕਰਦੇ ਹਾਂ ਪੀਸਫੁਲੀ ਜੇ ਕੋਈ ਖਾਲਿਸਤਾਨ ਮੰਗਦਾ ਤੇ ਉਹ ਸਾਨੂੰ ਉੱਤੇ ਕੋਈ ਇਤਰਾਜ਼ ਨਹੀਂ ਹੈ ਅਸੀਂ ਉਹਦੇ ਤੇ ਕੋਈ ਕਿਸੇ ਕਿਸਮ ਦਾ ਬੰਧਨ ਨਹੀਂ ਲਾਇਆ ਤੇ ਹਾਰਪਰ ਨੇ ਵੀ 12 ਵਿੱਚ ਇਹੋ ਹੀ ਕਿਹਾ ਸੀ ਪੀਸਫੁਲੀ ਦੀ ਗੱਲ ਅੱਤਵਾਦੀ ਲਫ਼ਜ਼ ਜਾਂ ਐਕਸਟ੍ਰੀਮਿਸਟ ਲਫ਼ਜ਼ ਉਹਦੇ ਮਾਇਨੇ ਹੋਰ ਨਿਕਲਦੇ ਨੇ ਸੋ ਮੇਰੇ ਖਿਆਲ ਵਿੱਚ ਉਹਨਾਂ ਨੇ ਲਿਖਣ ਬੋਲਣ ਦੀ ਆਜ਼ਾਦੀ ਦੀ ਗੁੰਜਾਇਸ਼ ਉਹਨਾਂ ਦੇ ਇਸ 5 ਜੁਲਾਈ ਵਾਲੇ ਬਿਆਨ ਵਿੱਚ ਵੀ ਹੈਗੀ ਸੀ ਭਾਵੇਂ ਉਹਨੂੰ ਉਹਨਾਂ ਨੇ ਐਡਰੈਸ ਨਹੀਂ ਕੀਤਾ ਹੁਣ ਰਹੀ ਗੱਲ ਇਹਦੇ ਇੰਪੈਕਟ ਦੀ ਇਹ ਤਾਂ ਇਹਦੀ ਇੰਟਰਪ੍ਰੀਟੇਸ਼ਨ ਆ ਕੁਝ ਲੋਕਾਂ ਦੀ ਇੰਟਰਪ੍ਰੀਟੇਸ਼ਨ ਆ ਲਓ ਜੀ ਉਹਨੇ ਦਖਲ ਦੇ ਦਿੱਤਾ ਇਲੈਕਸ਼ਨਾਂ ਤੋਂ ਪਹਿਲਾਂ ਲਓ ਜੀ ਉਹ ਸ਼ੀਅਰ ਤੋਂ ਵੀ ਵੱਡਾ ਕੰਜ਼ਰਵੇਟਿਵ ਆਗੂ ਬਣੀ ਬੈਠਾ ਤੇ ਮੈਂ ਇਹਦੇ ਨਾਲ ਇਹਦੇ ਬਾਰੇ ਬਹਿਸ ਥੋੜੀ ਜੀ ਲੰਬੀ ਹੋ ਰਹੀ ਹੈ ਕਿਉਂਕਿ ਕੁਝ ਹੋਰ ਮਹਿਮਾਨ ਪਹਿਲਾਂ ਆਪਾਂ ਤਮਨ ਸਾਹਿਬ ਦਾ ਵੀ ਥੋੜਾ ਜਿਹਾ ਜੀ ਤੁਸੀਂ ਆਪਣੀ ਤੁਹਾਡੇ ਨਿੱਜੀ ਵਿਚਾਰ ਇਹਦੇ ਬਾਰੇ ਕੀ ਹੈ ਵੈਲ ਸਭ ਤੋਂ ਇੰਪੋਰਟੈਂਟ ਜੋ ਮੈਂ ਸਮਝਦਾ ਜਿੱਥੋਂ ਇਹਨਾਂ ਨੇ ਗੱਲ ਇੱਕ ਸ਼ੁਰੂ ਕੀਤੀ ਸੀ ਉਹਦੇ 'ਚ ਇਹ ਹੈ ਕਿ ਹਾਰਪਰ ਦੇ ਉਸ ਬਿਆਨ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਵੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੈਟਿਕ ਯੂਨੀਅਨ ਹੈ ਇਹ ਪੂਰੇ ਵਰਲਡ ਦੀ ਜਿਹੜੀਆਂ ਰਾਈਟ ਵਿੰਗ ਪਾਰਟੀਜ਼ ਹੈ ਉਹਨਾਂ ਦਾ ਗਰੁੱਪ ਹੈ ਜਿਹਦੇ ਕਿ ਮਿਸਟਰ ਹਾਰਪਰ ਜਿਹੜੇ ਆ ਉਹ ਚੇਅਰਮੈਨ ਨੇ ਔਰ BJP ਵੀ ਉਹਦਾ ਜਿਹੜਾ ਹੈਗਾ ਵਾ ਹਿੱਸਾ ਹੈ ਉਹਦੀ ਮੈਂਬਰ ਹੈ ਸੋ
ਇਸ ਵੇਲੇ ਜੇ ਇਹਨੂੰ ਤੁਸੀਂ ਵਰਡ ਦੇ ਐਂਗਲ ਤੋਂ ਵੇਖੋ ਤੇ ਜਿਹੜੀਆਂ ਰਾਈਟ ਵਿੰਗ ਜਿਹੜੀ ਪੋਲੀਟੀਕਲ ਆਈਡੀਓਲੋਜੀ ਹੈ। ਪਹਿਲਾਂ ਮੈਂ ਇੱਥੇ ਇੱਕ ਸਵਾਲ ਕਰਨਾ ਚਾਹੁੰਦਾ ਕਿ ਇਹ ਇੱਕ ਕੰਜ਼ਰਵੇਟਿਵ ਜਿਹੜੀ ਪਾਰਟੀ ਉਹਦੀ ਸੋਚ ਹੈ ਕਿ ਸਪੈਸ਼ਲ ਸਟੀਵਨ ਹਾਰਪਰ ਤੁਸੀਂ ਕਹਿੰਦੇ ਆ ਕਿ ਵੀ ਉਹਨਾਂ ਵੱਲੋਂ ਵੈਲ ਇਹ ਕੱਲੀ ਸਟੀਫਨ ਹਾਰਪਰ ਦੀ ਸੋਚ ਨਹੀਂ ਹੈ। ਹਾਂ, ਇੱਕ ਰਿਐਕਸ਼ਨ ਹੋਇਆ ਜਿਹਦੇ ਤੇ ਐਂਡਰੂ ਸ਼ੀਅਰ ਨੇ ਵੀ ਆਪਣੇ ਆਪ ਨੂੰ ਥੋੜਾ ਜਿਹਾ ਅਲੱਗ ਕਰਨ ਦੀ ਕੋਸ਼ਿਸ਼ ਕੀਤੀ ਆ ਇਨ ਵੈਰੀ ਸਫਿਸਟੀਕੇਟਡ ਵੇ, ਠੀਕ ਹੈ। ਪਰ ਇੱਕ ਮਾਡਲ ਤੁਸੀਂ ਦੇਖੋ, ਬਰੈਂਪਟਨ ਇਲੈਕਸ਼ਨ ਸੀਗੀ, ਬਰੈਂਪਟਨ ਇਲੈਕਸ਼ਨ ਜਿਹੜੀ ਮੇਅਰਲ ਇਲੈਕਸ਼ਨ ਸੀਗੀ, ਇਹ ਡਿਸਕਸ ਜਿਹੜੀ ਹੈ ਪੋਲੀਟੀਕਲ ਪਾਰਟੀਜ਼ ਦੇ ਬਿਗ ਸਰਕਲਸ ਦੇ ਉੱਤੇ ਜਿਹੜੀ ਹੈ ਹੋ ਰਹੀ ਹੈ। ਮੇਰੇ ਹਿਸਾਬ ਦੇ ਨਾਲ ਹਾਰਪਰ ਸਾਹਿਬ ਨੇ ਪਲੇ ਕੀਤਾ ਇੱਕ ਕਾਰਡ, ਕਿਉਂਕਿ ਜੇ ਤੁਸੀਂ ਦੇਖੋ NDP ਦੇ ਲੀਡਰ ਇਸ ਵੇਲੇ ਜਗਮੀਤ ਸਿੰਘ ਨੇ ਜੀ, ਉਹਨਾਂ ਨੂੰ ਸ਼ਾਇਦ ਇੰਡੀਅਨ ਗਵਰਨਮੈਂਟ ਜਿਹੜੀ ਹੈਗੀ ਹੈ ਉਹ ਵੀਜ਼ਾ ਵੀ ਨਹੀਂ ਦਿੰਦੇ। ਜੋ ਜਸਟਿਨ ਟਰੂਡੋ ਜਿਹੜੇ ਜਦੋਂ ਇੰਡੀਆ ਗਏ ਤੇ ਜੋ ਘਟਨਾਵਾਂ ਉੱਥੇ ਵਾਪਰੀਆਂ ਉਹਦਾ ਇੱਕ ਰਿਫਲੈਕਸ਼ਨ ਆ। ਔਰ ਕਿਸ ਤਰੀਕੇ ਦੇ ਨਾਲ ਬਰੈਂਪਟਨ ਦੇ ਵਿੱਚ ਮਿਸਟਰ ਪੈਟਰਿਕ ਬਰਾਊਨ ਜਿੱਤੇ, ਉਹਦੇ ਕਈ ਰੀਜ਼ਨਸ ਹੋ ਸਕਦੇ ਆ, ਪਰ ਇੱਕ ਰੀਜ਼ਨ ਇਹ ਵੀ ਸੀਗਾ ਕਿ ਜਿਹੜੀ ਪ੍ਰੋ ਖਾਲਿਸਤਾਨੀ ਵਿੰਗ ਸੀ ਕੈਨੇਡਾ ਦਾ, ਉਹ ਲਿੰਡਾ ਜਾਫਰੀ ਦੇ ਨਾਲ ਓਪਨਲੀ ਚੱਲਦਾ ਸੀ। ਔਰ ਜਿਹਦੇ ਕਾਰਨ ਮੇਰੇ ਕੋਲ ਕੋਈ ਅੰਕੜੇ ਨਹੀਂ ਹੈ, ਪਰ ਇੱਕ ਇਹ ਫੀਲਿੰਗ ਮਹਿਸੂਸ ਕੀਤੀ ਗਈ ਹੈ ਕਿ ਬਰੈਂਪਟਨ ਦੇ ਵਿੱਚ ਜਿਹੜੀ ਹਿੰਦੂ ਵੋਟ ਆ ਉਹ ਐਨ ਬਲੌਕ ਜਿਹੜੀ ਹੈ ਉਹ ਪੈਟਰਿਕ ਬਰਾਊਨ ਨੂੰ ਪਈ, ਬਿਕੋਜ਼ ਕਿ ਕੁਝ ਐਸੇ ਲੋਕ ਸੀਗੇ ਜਿਹੜੇ ਲਿੰਡਾ ਦੇ ਆਲੇ ਦੁਆਲੇ ਸੀਗੇ। ਸੋ ਇਹਨੂੰ ਤੁਸੀਂ ਜਸਟ ਜਦੋਂ ਸਟੀਫਨ ਹਾਰਪਰ ਕੋਲ ਗੱਲ ਕਹਿੰਦੇ ਆ ਨਾ, ਚਾਹੇ ਉਹਨਾਂ ਦੀ ਪਾਰਟੀ ਉਹਨਾਂ ਨਾਲ ਸਹਿਮਤ ਹੋਵੇ ਫੁੱਲੀ ਔਰ ਨਾ ਹੋਵੇ, ਇਹਨੂੰ ਇੱਕ ਮੈਂ ਆਈਸੋਲੇਟਡ ਬਿਆਨ ਨਹੀਂ ਵੇਖਦਾ, ਮੈਂ ਇਹਨੂੰ ਬਿਫੋਰ ਇਲੈਕਸ਼ਨ ਇਹ ਇੱਕ ਸਮਝਦਾ ਕਿ ਇਹ ਪੋਲੀਟੀਕਲ ਮੈਨੂਵਰਿੰਗ ਹੈ ਟੂ ਗੈਟ ਐਂਡ ਬਲੌਕ ਵੋਟਸ, not in Brampton but in whole Canada। ਜੀ ਗਰਨਾ ਸਾਹਿਬ ਤੁਸੀਂ ਇਹਦੇ ਬਾਰੇ ਕੀ ਜੀ ਸੋਚ ਰੱਖਦੇ ਹੋ? ਕੋ ਸਪਨ ਜਿੱਦਾਂ ਦਿਓਲ ਜੀ ਨੇ ਕਿਹਾ ਜੀ, ਸਾਡੀ ਇਸ਼ੂ ਕੀ ਹੈਗਾ, ਸਾਡਾ ਇਸ਼ੂ ਇਹ ਹੈ ਕਿ ਅਸੀਂ ਪੂਰੀ ਸਬਜੈਕਟ ਦੀ ਡੈਪਥ 'ਚ ਨਹੀਂ ਜਾਂਦੇ, ਠੀਕ ਹੈ, ਔਰ ਅਸੀਂ ਉਹਨਾਂ ਨੂੰ ਜਿੱਦਾਂ ਕਹਿੰਦੇ ਛੋਟੇ ਛੋਟੇ ਬਲਾਕਸ ਨੂੰ ਰਿਲੇਟ ਕਰਕੇ ਨਹੀਂ ਗੱਲ ਕਰਦੇ। ਦੇਖੋ ਮੈਂ ਇਹ ਤੋਂ ਪਿੱਛੇ ਜਾਣਾ, ਜਿਹੜੀ ਨੈਸ਼ਨਲ ਸਿਕਿਉਰਿਟੀ ਰਿਪੋਰਟ ਆਈ ਹੈ ਜੀ, ਉਹਦੇ 'ਚ ਐਗਜ਼ੈਕਟਲੀ ਸੇਮ ਵਰਡਿੰਗ ਹੈ। ਇਟ ਸੇਜ਼ ਕਿ ਵੀ ਜਿਹੜੇ ਵੀ ਉਹਦੇ 'ਚ ਵਰਡ ਖਾਲਿਸਤਾਨੀ ਵਰਤਿਆ ਗਿਆ ਜੀ, ਸਿੱਖ ਕੱਢਤਾ ਗਿਆ, ਠੀਕ ਹੈ। ਐਂਡ ਸਾਨੂੰ ਵੀ ਪਤਾ ਹੈ ਕਿ ਪ੍ਰੋਬਲਮ ਕਿਹਦੀ ਹੈਗੀ। ਉਹਦੇ 'ਚ ਵੀ ਕਿਹਾ ਗਿਆ ਕਿ ਵੀ ਜਿਹੜੀ ਵੀ ਕਿਸੇ ਵੀ ਕੰਟਰੀ ਦੇ ਨੈਸ਼ਨਲ ਇੰਟੈਗ੍ਰਿਟੀ ਨੂੰ ਥ੍ਰੈਟ ਹੈਗਾ, ਵੀ ਡੀਨਾਊਂਸ ਇਟ। ਉਹਨਾਂ ਦੀ ਐਗਜ਼ੈਕਟ ਵਰਡਿੰਗ ਹੈ, ਜਦੋਂ ਤੁਸੀਂ ਸਪੀਚ ਸੁਣੋ, ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਤੇ ਮੇਰੀ ਪਾਰਟੀ ਨੇ ਅਸੀਂ ਉਹਨਾਂ ਅਨਸਰਾਂ ਨੂੰ ਜਿਹੜੇ ਕਿ ਇੰਡੀਆ ਦੀ ਡਿਵੀਜ਼ਨ ਕਰਨਾ ਚਾਹੁੰਦੇ ਆ, ਅਸੀਂ ਉਹਨਾਂ ਨੂੰ ਡੀਨਾਊਂਸ ਕਰਦੇ ਆ, ਠੀਕ ਹੈ। ਡਿਨਾਊਂਸ ਦੀ ਸਿੱਧੀ ਹਿੰਦੀ ਜਾਂ ਪੰਜਾਬੀ ਇਹ ਹੈ ਕਿ ਅਸੀਂ ਉਹਨਾਂ ਨੂੰ ਨਿੰਦਿਆ ਕਰਦੇ ਆ। ਓਕੇ, ਜਿਹੜੀ ਨੈਸ਼ਨਲ ਸਿਕਿਉਰਿਟੀ ਰਿਪੋਰਟ ਆ ਉਹ ਵੀ ਇਹੋ ਕਹਿੰਦੀ ਹੈ, ਉਹ ਤਾਂ ਲਿਬਰਲ ਸਰਕਾਰ ਦੇ ਟਾਈਮ ਆਈ ਜੀ, ਜੋ ਉਹਨਾਂ ਨੇ ਕਿਹਾ ਉਹ ਉਹਦੇ ਨਾਲ ਮੈਚ ਕਰਦੀ ਹੈ ਐਗਜ਼ੈਕਟਲੀ ਜੀ। ਉਹ 2010 ਦੇ ਵਿੱਚ ਵੀ ਉਹ ਕਿਹਾ ਹੈ। ਅਸੀਂ ਦੋ ਚੀਜ਼ਾਂ ਨੂੰ ਰਿਲੇਟ ਕਰ ਦਿੰਦੇ ਹਾਂ। ਇੱਥੇ ਕਦੀ ਨਹੀਂ ਕਿਹਾ, ਇਹਦੀ ਕੋਈ ਇੰਪਲੀਕੇਸ਼ਨ ਇਹ ਨਹੀਂ ਹੈਗੀ ਕਿ ਅਸੀਂ ਮੰਗ ਨਹੀਂ ਕਰ ਸਕਦੇ। ਮੰਗ ਤਾਂ ਇੰਡੀਆ ਦੇ ਵਿੱਚ ਵੀ ਹੈਗੀ ਹੈ। ਸਿਮਰਨਜੀਤ ਸਿੰਘ ਮਾਨ ਦਾ ਇਲੈਕਸ਼ਨ ਲੜਦੇ ਆ ਇਸੇ ਚੀਜ਼ ਉੱਤੇ, ਐਂਡ ਹੀ ਇਜ਼ ਇੰਡੀਪੈਂਡੈਂਟ। ਉਹ ਤਾਂ ਈਵਨ ਫਰਗੇਟ ਅਬਾਊਟ ਕੈਨੇਡਾ, ਇੰਡੀਆ ਦੇ ਵਿੱਚ ਵੀ ਫਰੀडम ਆਫ ਸਪੀਚ ਹੈਗੀ ਹੈ ਜੀ। ਉੱਥੇ ਵੀ ਤੁਸੀਂ ਬੋਲ ਸਕਦੇ ਹੋ, ਉੱਥੇ ਵੀ ਤੁਸੀਂ ਕਹਿ ਸਕਦੇ ਹੋ ਜਿੰਨਾ ਚਿਰ ਤੱਕ ਇਟ ਇਜ਼ ਪੀਸਫੁਲ ਜੀ। ਹੁਣ ਉਹਨਾਂ ਨੇ ਇਹ ਕਿਹਾ ਕਿ ਅਸੀਂ ਉਹਨਾਂ ਅਨਸਰਾਂ ਦੀ ਅਸੀਂ ਉਹਨਾਂ ਨਾਲ ਨਿੰਦਿਆ ਕਰਦੇ ਹਾਂ ਜਿਹੜੇ ਬੰਦੇ ਇੰਡੀਆ ਦੀ ਇੰਟੈਗ੍ਰਿਟੀ ਨੂੰ ਜਾਂ ਉਹਨੂੰ ਤੋੜਨਾ ਚਾਹੁੰਦੇ ਆ ਜੀ। ਪਰ ਉਹਦੇ ਵਿੱਚ ਇੱਕ ਗੱਲ ਮੈਂ ਇੱਕ ਸਵਾਲ ਹੈ ਕਿ ਉਹਦੇ ਵਿੱਚ ਇਸ ਬਿਆਨ ਤੋਂ ਇਹ ਝਲਕਾਰਾ ਵੀ ਮਿਲਦਾ ਹੈ ਨਾ ਕਿ ਸਾਰੀ ਦੀ ਸਾਰੀ ਸਿੱਖ ਕੌਮ, ਸਮੂਹਿਕ ਕੌਮ ਨੂੰ ਹੀ ਜਿਹੜਾ ਹੈ ਕਿ ਵੀ ਖਾਲਿਸਤਾਨੀ ਕੌਮ ਦੇ ਤਰੀਕੇ ਦੇ ਨਾਲ ਜਿਹੜਾ ਦੇਖਿਆ ਗਿਆ ਹੈ। ਤੇ ਜਿਸ ਤਰੀਕੇ ਨਾਲ ਨਹੀਂ, ਮੈਂ ਨਹੀਂ ਇਹ ਸਮਝਦਾ। ਜਿਹੜੀ ਸਟੇਟਮੈਂਟਾਂ ਮੈਂ ਬੜੇ ਧਿਆਨ ਦੇ ਨਾਲ ਪੜ੍ਹੀ ਆ, ਇੱਕ ਵਾਰ ਨਹੀਂ ਪੜ੍ਹੀ, 4-5 ਵਾਰੀ ਪੜ੍ਹੀ, ਉਹਨਾਂ ਨੇ ਕਿਤੇ ਵੀ ਇਹ ਨਹੀਂ ਕਿਹਾ ਜਾਂ ਉਹ ਸਟੇਟਮੈਂਟ ਰਿਫਲੈਕਟ ਨਹੀਂ ਹੁੰਦੀ ਕਿ ਸਾਰੇ ਸਿੱਖ ਖਾਲਿਸਤਾਨੀ ਹੈ। ਦੇਖੋ ਉਹਨਾਂ ਨੇ ਸਿੱਖ ਵਰਡ ਯੂਜ਼ ਕੀਤਾ ਨੰਬਰ 1, ਉਹਨਾਂ ਸਿੱਖ ਵਰਡ ਵੀ ਨਹੀਂ ਯੂਜ਼ ਕੀਤਾ। ਉਹਨਾਂ ਨੇ ਸਿਰਫ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜਿਹੜੇ ਖਾਲਿਸਤਾਨੀ ਬੰਦੇ ਨੇ ਉਹਨਾਂ ਤੋਂ ਉਹਨਾਂ ਨੇ ਆਪਣੀ ਪਾਰਟੀ ਵੀ ਤੇ ਗਵਰਨਮੈਂਟ ਨੂੰ ਪਰੇ ਰੱਖਿਆ। ਪਰ ਇੱਥੇ ਜੇ ਕੋਈ ਗੱਲ ਕਰਨਾ ਚਾਹਵੇ ਪੀਸਫੁਲੀ, ਆਪਣੀ ਉਹਨੂੰ ਫਰੀडम ਆਫ ਐਕਸਪ੍ਰੈਸ਼ਨ, ਇਹ ਗੱਲ ਉਹਨਾਂ ਨੇ ਕੀਤੀ ਹੈਗੀ। ਪਲੱਸ ਵੇਖੋ ਉਹਨਾਂ ਨੇ ਇਹ ਨਹੀਂ ਕਿਹਾ, ਉਹਨਾਂ ਜੇ ਤੁਸੀਂ ਦੁਬਾਰਾ ਸਪੀਚ ਸੁਣੋਗੇ, ਉਹਨਾਂ ਨੇ ਇਹ ਵੀ ਨਹੀਂ ਕਿਹਾ ਕਿ ਜਿਹੜੇ ਬੰਦੇ ਪ੍ਰੋ ਖਾਲਿਸਤਾਨੀ ਹਨ। ਨੋ, ਹੀ ਸੈਡ ਉਹ ਪਾਰਟੀ ਜਾਂ ਉਹ ਲੋਕ ਜਿਹੜੇ ਇੰਡੀਆ ਦੀ ਡਿਵੀਜ਼ਨ ਕਰਨਾ ਚਾਹੁੰਦੇ ਆ। ਓਕੇ, ਸੋ ਇਹਦੇ 'ਚ ਕੋਈ ਪੀਸਫੁਲ ਜਿਹੜੇ ਬੰਦੇ ਆ ਉਹਨਾਂ ਦੀ ਇਨਵੋਲਵਮੈਂਟ ਨਹੀਂ ਹੈਗੀ।
ਠੀਕ ਹੈ। ਫਰੀडम ਆਫ ਸਪੀਚ ਦੇ ਉੱਤੇ ਕੋਈ ਗੱਲ ਨਹੀਂ ਹੈਗੀ, ਸਿੱਖਾਂ ਦੀ ਕੋਈ ਗੱਲ ਨਹੀਂ ਹੈਗੀ, ਔਰ ਕਿਸੇ ਦੇ ਵੀ ਸਪੀਚ ਨਹੀਂ ਕਦੀ ਆਈ, ਠੀਕ ਹੈ। ਦੂਸਰਾ ਜਿਸ ਹੁੰਦਾ ਕਿ ਐਂਡਰੀ ਸ਼ੇਅਰ ਨੇ ਜਿਹੜਾ ਰਿਐਕਸ਼ਨ ਦਿੱਤਾ ਹੈ, ਉਹਨਾਂ ਨੇ ਇਹ ਬੇਸਿਕਲੀ ਦਿੱਤਾ ਹੈ ਕਿ ਬਈ ਉਹ ਉਹਨਾਂ ਦੇ ਆਪਣੇ ਬਿਆਨ ਨੇ, ਇਟ ਇਜ਼ ਨਾਟ ਹੁਣ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਉਹ ਨੇ ਕਿ ਮੇਰੇ ਜਿਹੜੀ ਆ, ਮੈਂ ਉਹਨਾਂ ਦੀ ਇੰਡੀਪੈਂਡੈਂਟ ਬਿਆਨ ਹੈਗੇ, ਹੀ ਇਜ਼ ਨਾਟ ਰਿਪਰੈਜ਼ੈਂਟਿੰਗ ਕੰਜ਼ਰਵੇਟਿਵ ਪਾਰਟੀ ਐਜ਼ ਅ ਪਾਰਟੀ ਲੀਡਰ, ਠੀਕ ਹੈ। ਔਰ ਉਹ ਵੀ ਬਿਆਨ ਜਿਹੜੇ ਜੇ ਅਸੀਂ ਉਸ ਤਰੀਕੇ ਨਾਲ ਲਿਆ ਜਾਏ, ਉਹ ਵੀ ਇੱਕ ਫਰੀडम ਆਫ ਸਪੀਚ ਹੈ, ਜੋ ਉਹਨਾਂ ਨੂੰ ਲੱਗਦਾ ਐਜ਼ ਅ ਕੈਨੇਡੀਅਨ ਸਿਟੀਜ਼ਨ ਕਿ ਬਈ ਮੇਰੇ ਵਿਚਾਰ ਹੈਗੇ ਆ, ਉਹਨੂੰ ਉਸ ਤਰੀਕੇ ਨਾਲ ਲੈਣਾ ਚਾਹੀਦਾ। ਹੁਣ ਰਿਐਕਸ਼ਨ ਕਿੱਥੇ ਹੋਇਆ? ਰਿਐਕਸ਼ਨ ਇੱਥੇ ਹੋਇਆ ਕਿ ਇਹ ਪਰਸੈਪਸ਼ਨ ਜਿਹੜੀ ਆ ਇਹ ਅੱਜ ਨਹੀਂ ਹੈਗੀ, ਰਾਈਟ, ਇਹ ਪਿਛਲੇ 4 ਸਾਲ ਤੋਂ ਉਦੋਂ ਦੀ ਸ਼ੁਰੂ ਹੋਈ ਹੈ, ਠੀਕ ਹੈ। ਸਾਨੂੰ ਉਹ ਵੀ ਬੈਕਗਰਾਊਂਡ 'ਤੇ ਜਾਣਾ ਚਾਹੀਦਾ, ਜਿੱਦਣ ਕੈਨੇਡਾ ਦੀ ਹਿਸਟਰੀ 'ਚ ਫਸਟ ਟਾਈਮ ਇੱਕ ਮੈਚਿਓਰ ਰਿਸਪੌਂਸਿਬਲ ਲੀਡਰ ਲਿਬਰਲ ਪਾਰਟੀ ਦੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਉਹ ਅਨਾਊਂਸ ਕਰਦੇ ਆ, ਵੇਖੋ ਜੀ ਮੋਦੀ ਦੀ ਗਵਰਨਮੈਂਟ 'ਚ ਉਹਨੇ ਸਰਦਾਰ ਨਹੀਂ ਹੈਗੇ ਜਿੰਨੇ ਸਰਦਾਰ ਮੇਰੀ ਪਾਰਟੀ 'ਚ ਨੇ, ਦੈਟ ਵਾਜ਼ ਅ ਪਹਿਲਾ ਐਲੀਮੈਂਟ ਜਦੋਂ ਰਿਲੀਜੀਅਸ ਡਿਵੀਜ਼ਨ ਸ਼ੁਰੂ ਹੋਈ ਸੀ। ਕਿਉਂ? ਕਿਉਂਕਿ ਉਹਨਾਂ ਨੇ ਇਹ ਕਹਿਣਾ ਚਾਹੀਦਾ ਸੀ ਵੀ ਮੇਰੀ ਪਾਰਲੀਮੈਂਟ ਹੈਗੀ, ਉਹਦੇ 'ਚ ਇੰਨੇ ਇੰਡੋ ਕੈਨੇਡੀਅਨ ਨੇ, ਓਕੇ, ਅਸੀਂ ਉੱਥੇ ਜੋੜਤਾ ਐਜ਼ ਸਿੱਖਾਂ ਦੀ ਅਚੀਵਮੈਂਟ, ਓਕੇ। ਹੁਣ ਕੀ ਹੋਇਆ, ਦੂਸਰੀ ਪਾਰਟੀ ਜਿਹੜੀ ਕੋਈ ਵੀ ਰਿਲੀਜਨ ਹੈ ਉਹ ਇਹ ਗੱਲ ਥੋੜੀ ਡਿਟੇਲ ਮੰਗਦੀ, ਵਿਸਥਾਰ ਮੰਗਦੀ, ਸਮਾਂ ਇੱਕ ਬ੍ਰੇਕ ਦਾ ਹੋਇਆ ਕਿ ਉਹਨਾਂ ਬ੍ਰੇਕ ਤੋਂ ਬਾਅਦ ਆਪਾਂ ਇਹ ਥੋੜਾ ਵਿਸਥਾਰ ਦੇ ਨਾਲ ਕਰਾਂਗੇ। ਹਾਂ ਬਿਲਕੁਲ। ਕਰਨਲ ਹੇਅਰ ਹੁਣੀ ਆਪਣੇ ਨਿੱਜੀ ਵਿਚਾਰ ਰੱਖਦੇ ਪਏ ਨੇ ਇਸ ਇਸ਼ੂ ਦੇ ਉੱਪਰ, ਸੋ ਇਸ ਵਕਫੇ ਤੋਂ ਬਾਅਦ ਇਹਨਾਂ ਦੀ ਜਿਹੜੀ ਗੱਲ ਹੈ ਥੋੜੀ ਜਿਹੀ ਆਪਾਂ ਵਿਸਥਾਰ ਦੇ ਨਾਲ ਜਾਣਦੇ ਹਾਂ। ਇਸ ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ 7 ਦੇ ਵਿੱਚ। ਔਰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਬੜਾ ਸੈਂਸਿਟਿਵ ਹੈ, ਔਰ ਪ੍ਰਾਈਮ ਏਸ਼ੀਆ ਟੀਵੀ ਜਿਹੜਾ ਹੈਗਾ ਇਹ ਅੱਜ ਦੇ ਆਏ ਹੋਏ ਜਿਹੜੇ ਸਾਡੇ ਬੁਲਾਰੇ ਨੇ ਉਹਨਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕਰਦਾ ਪਿਆ। ਜਿਹੜੇ ਕੰਜ਼ਰਵੇਟਿਵ ਪ੍ਰਧਾਨ ਮੰਤਰੀ, ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦਾ ਜਿਹੜਾ ਬਿਆਨ ਆਇਆ ਤੇ ਉਹਦੇ ਬਾਰੇ ਗੱਲ ਕਰਦੇ ਪਏ ਸੀਗੇ। ਕਰਨਲ ਸਾਹਿਬ ਤੁਸੀਂ ਆਪਣੇ ਵਿਚਾਰ ਰੱਖਦੇ ਪਏ ਸੀਗੇ। ਦੇਖੋ ਜਿਹਨਾਂ ਸਾਨੂੰ ਇਹ ਸਾਡੇ ਵਾਸਤੇ ਇਹ ਐਕਚੁਅਲੀ ਉਹਨਾਂ ਨੇ ਰੋੜਾ ਲਾਤਾ ਜੀ, ਬਜਾਏ ਕਿ ਸਾਨੂੰ ਇਹ ਵੇਖਿਆ ਜਾਏ ਵੀ ਇੱਕ ਸਿੱਖਾਂ ਦੀ ਅਚੀਵਮੈਂਟ ਆ ਜੀ, ਠੀਕ ਹੈ। ਇਹ ਹੋਣਾ ਚਾਹੀਦਾ ਸੀ ਕਿ ਇੰਡੋ ਕੈਨੇਡੀਅਨ ਇੰਨੇ ਮੇਰੇ ਮੰਤਰੀ ਨੇ ਜੀ, ਉਹ ਸਾਡੇ ਲਈ ਮਾਣ ਦੀ ਚੀਜ਼ ਸੀ, ਉਹ ਜੋੜਨ ਵਾਲਾ ਕੰਮ ਸੀਗਾ ਜੀ। ਹੁਣ ਉਹਦੇ ਬਾਅਦ ਕੀ ਹੋਇਆ, ਪਹਿਲੀ ਗੱਲ ਅਸੀਂ ਉਹਨਾਂ ਜਿਹੜੇ 4 ਮਿਨਿਸਟਰ ਨੇ ਸਾਡੇ, ਅਸੀਂ ਉਹਨਾਂ ਨੂੰ ਅਸੀਂ ਐਕਚੁਅਲੀ ਘਟਾਤੀ ਉਹਨਾਂ ਦੀ ਕੈਪੇਬਿਲਿਟੀ, ਸਿਰਫ ਇਹ ਕਹਿ ਕੇ ਕਿ ਤੁਹਾਨੂੰ ਮਿਨਿਸਟਰ ਤਾਂ ਬਣਾਇਆ ਗਿਆ ਜੀ ਤੁਸੀਂ ਸਰਦਾਰ ਹੋ, ਜਦ ਕਿ ਜੇ ਇਹ ਕਿਹਾ ਜਾਂਦਾ ਵੀ ਇੰਡੋ ਕੈਨੇਡੀਅਨ ਮਿਨਿਸਟਰ ਨੇ, ਫਿਰ ਉਹ ਸਾਨੂੰ ਇਹ ਮਹਿਸੂਸ ਹੋਣਾ ਸੀ ਹਰ ਇੱਕ ਬੰਦੇ ਨੂੰ ਕਿ ਇਹ ਉਹਨਾਂ ਦੀ ਕਾਬਲੀਅਤ ਕਰਕੇ ਆ। ਸੇਮ ਚੀਜ਼ ਹੈ ਲਿਬਰਲ ਦਾ ਨਹੀਂ, ਸੇਮ ਚੀਜ਼ ਹੈ ਹੁਣ ਪ੍ਰਭਮੀਤ ਸਰਕਾਰੀ ਹੈ, ਬਹੁਤ ਕੈਪੇਬਲ MPP ਹੈ ਔਰ ਉਹਨੂੰ ਮਿਨਿਸਟਰੀ ਮਿਲੀ ਹੈ। ਅੱਜ ਉਹਦੇ ਤੇ ਕੀ ਦੁਬਾਰਾ ਮੋਹਰ ਲੱਗ ਗਈ ਕਿ ਬਈ ਸਰਦਾਰ ਜਿਹੜਾ ਆ ਜੀ ਉਹਨੂੰ ਮਿਨਿਸਟਰ ਬਣਾਤਾ। ਇਹ ਕੋਈ ਨਹੀਂ ਗੱਲ ਕਰ ਰਿਹਾ ਕਿ ਪ੍ਰਭਮੀਤ ਸਰਕਾਰੀ ਆ ਜਿਹੜਾ ਉਹ ਕੈਪੇਬਲ ਮਿਨਿਸਟਰ ਹੈ, ਉਹ ਕੈਪੇਬਲ ਕੈਂਡੀਡੇਟ ਸੀਗਾ, ਰਿਗਾਰਡਲੈਸ ਕੱਲ੍ਹ ਨੂੰ ਕੋਈ ਹਿੰਦੂ ਕੈਪੇਬਲ ਕੈਂਡੀਡੇਟ ਹੋ ਸਕਦਾ, ਜਿਹੜਾ ਵੀ ਕੈਪੇਬਲ ਕੈਂਡੀਡੇਟ ਹੈ। ਸੋ ਉਹ ਜਿਹੜੀ ਠੱਪਾ ਉਦੋਂ ਲੱਗ ਗਿਆ ਕਿ ਸਾਡੇ ਜੀ ਮੇਰੀ ਮਿਨਿਸਟਰੀ ਦੇ ਵਿੱਚ ਉਹਦੇ ਜ਼ਿਆਦਾ ਸਿੱਖ ਜਿਹੜੇ ਹੈਗੇ ਆ, ਉੱਥੇ ਇਹ ਵਰਡ ਜਿਹੜਾ ਯੂਜ਼ ਕੀਤਾ ਗਿਆ ਸੀ ਇਹਨੇ ਬੈਕਫਾਇਰ ਕੀਤਾ ਆ ਉਦੋਂ ਦਾ। ਤੇ ਪਿਛਲੇ 4 ਸਾਲ 'ਚ ਇਹ ਅਸੀਂ ਵੇਖਿਆ ਇੱਥੇ ਜਿੱਥੇ ਵੀ ਇਹ ਸਾਡੀਆਂ ਜ਼ਿਆਦਾ ਕਮਿਊਨਿਟੀਜ਼ ਹੈਗੀਆਂ ਉੱਥੇ ਡਿਵੀਜ਼ਨ ਵਧੀ ਜਾ ਰਹੀ ਹੈ। ਚਾਹੇ ਉਹ ਮੇਅਰ ਦੀ ਇਲੈਕਸ਼ਨ 'ਚ ਵੇਖੀ ਆਏ, ਜੋ ਇਹਨਾਂ ਨੇ ਕਿਹਾ ਉਹ ਬਿਲਕੁਲ ਸਹੀ ਗੱਲ ਹੈਗੀ, ਜਾਂ ਹੁਣ ਜਿਹੜਾ ਡਿਵੀਜ਼ਨ ਹੋ ਰਹੀ ਹੈ ਉਹ ਡਿਵੀਜ਼ਨ ਕਿੱਥੋਂ ਹੋ ਰਹੀ ਹੈ? ਇੱਕ ਕਮਿਊਨਿਟੀ ਵਰਸਸ ਦੂਜੀ ਕਮਿਊਨਿਟੀ ਨੂੰ ਐਜ਼ ਅ ਥ੍ਰੈਟ ਲਿਆ ਜਾ ਰਿਹਾ ਵੀ ਕਿਹਦੇ ਪਲੇਅਰ ਜ਼ਿਆਦਾ। ਮੈਂ ਇਹੋ ਹੀ ਗੱਲ ਕਰਨੀ ਚਾਹੁੰਦਾ ਸੀਗਾ ਕਿ ਜਦੋਂ ਆਪਣੇ ਕੈਬਨਿਟ ਦੇ ਵਿੱਚ ਸਾਰੇ ਜਿਹੜੇ ਵੀ ਸਿੱਖ ਮਿਨਿਸਟਰ ਤੇ ਬਾਅਦ ਭਾਰਤ ਫੇਰੀ ਦੀ ਗੱਲ ਹੋਈ ਜਸਟਿਨ ਟਰੂਡੋ ਹੁਣਾਂ ਦੀ, ਤੇ ਫਿਰ ਜਦੋਂ ਧਵਨ ਸਾਹਿਬ ਨੇ ਗੱਲ ਕੀਤੀ ਹੈ ਤੇ ਕਈ ਵਾਰੀ ਜਿਹੜੇ ਆਮ ਪਬਲਿਕ ਉਹਨਾਂ ਵਿੱਚੋਂ ਇਹ ਵੀ ਗੱਲ ਵਿਚਾਰੇ ਕਿ ਹਿੰਦੂ ਰਾਸ਼ਟਰਵਾਦ ਲੌਬੀ ਦੀ ਵੀ ਇੱਕ ਜਿਹੜੀ ਹੈਗੀ ਹੈ ਵੀ ਇਹ ਸਿਆਸਤ ਆ। ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਬਲ ਸਾਹਿਬ? ਦੇਖੋ ਇਹ ਜਿਹੜੀ ਟਰੂਡੋ ਸਾਹਿਬ ਦੀ ਸਟੇਟਮੈਂਟ ਸੀ ਨਾ ਵੀ 4 ਮੰਤਰੀ ਅਸੀਂ ਬਣਾਤੇ ਆ ਤੇ ਉਹਨਾਂ ਕੋਲ ਇੱਕ ਵੀ ਸਿੱਖ ਨਹੀਂ, ਇਹ ਵਾਸ਼ਿੰਗਟਨ ਦੇ ਵਿੱਚ ਉਹਨਾਂ ਦੀ ਫੇਰੀ ਸੀ ਤੇ ਉੱਥੇ ਉਹਨਾਂ ਨੇ ਗੱਲ ਕਹੀ ਸੀ। ਪਰ ਉਹਨਾਂ ਦੇ ਬੇਸ਼ੱਕ ਕੈਨੇਡੀਅਨ ਬੋਰਨ ਸਾਰੇ ਮੈਂਬਰ ਪਾਰਲੀਮੈਂਟਸ ਨੇ ਤੇ ਮਿਨਿਸਟਰ ਨੇ, ਬੇਸ਼ੱਕ ਉਹਨਾਂ ਦੇ ਪੇਰੈਂਟਸ ਉਹ ਇੰਡੀਆ ਤੋਂ ਆਏ ਨੇ, ਤੇ ਕੀ ਭਾਰਤ ਸਰਕਾਰ ਵਾਸਤੇ ਮਾਣ ਵਾਲੀ ਗੱਲ ਨਹੀਂ ਹੈਗੀ? ਇਹਦਾ ਮਤਲਬ ਜੇ ਉਹਨੇ ਕਹਿਤੀ ਤੇ ਉਹਨਾਂ ਨੇ ਬਦਲਾ ਲੈਣਾ ਇੱਥੇ ਆਰਗੇਨਾਈਜੇਸ਼ਨਸ ਖੜੀਆਂ ਕਰਕੇ ਤੇ ਸਿੱਖਾਂ ਨੂੰ ਪ੍ਰਭਮੀਤ ਸਰਕਾਰੀਆ ਨੂੰ ਇਸੇ ਕਰਕੇ ਉਹਦੀ ਇਨਵੀਟੇਸ਼ਨ ਵਾਪਸ ਲੈ ਲਈ ਵੀ ਉਹ ਸਿੱਖ ਆ। ਮੈਂ ਪਿੱਛੇ ਜਾਣਾ ਚਾਹੁੰਦਾ, ਦੂਸਰੇ ਸੱਜਣ ਸ਼ਾਇਦ ਬਾਅਦ 'ਚ ਕੈਨੇਡਾ 'ਚ ਆਏ ਨੇ, ਦਿਓਲ ਸਾਹਿਬ ਨੂੰ ਪਤਾ ਹੈ ਲੂਸੀਅਨ ਬੁਸ਼ਾਰਡ ਇਫ ਯੂ ਰਿਮੈਂਬਰ ਉਹ ਸੈਪਰੇਟ ਸੀ ਬਿਲਕੁਲ 100%, ਤੇ ਮਲੂਨੀ ਹੁਣਾਂ ਨੇ ਉਹਨੂੰ ਆਪਣੀ ਪਾਰਟੀ 'ਚ ਲਿਆਂਦਾ ਜੀ। ਬੇਸ਼ੱਕ ਉਹ ਛੱਡ ਗਿਆ, ਫਿਰ ਉਹਨੇ ਪਾਰਟੀ ਕਬਕਾਵਾ ਬਣਾ ਲਈ ਤੇ 51 ਸੀਟਾਂ ਵੀ ਜਿੱਤੀਆਂ ਮੁੜ ਕੇ ਉਹਨੇ। ਇਹ ਅਪਰਚੂਨਿਸਟ ਨੇ ਲੋਕ। ਜੇ ਫਿਰ ਉੱਥੇ ਉਹ ਭਾਰਤ ਸਰਕਾਰ ਨੂੰ ਇਸ ਚੀਜ਼ ਦੀ ਕਿਉਂ ਤਕਲੀਫ ਹੋ ਗਈ
ਵੀ ਜੇ ਲਾਈਟ ਮੂਡ ਦੇ ਵਿੱਚ ਜੋਕਿੰਗਲੀ ਉਹਨੇ ਕਿਹਾ ਕੋਈ ਪ੍ਰੈਸ ਰਿਲੀਜ਼ ਜਾਂ ਸਟੇਟਮੈਂਟ ਨਹੀਂ ਹੈਗੀ ਉਹਨੇ ਤੁਰੇ ਜਾਂਦੇ ਨੇ ਉਹ ਗੱਲ ਕਹੀ ਹੈਗੀ ਆ ਜੇ ਤੁਸੀਂ ਦੇਖੋ ਜੀ ਤੇ। ਸਟੂਡੈਂਟਾਂ ਨੂੰ ਗੱਲ ਕੀਤੀ ਸੀ ਜੀ ਸਟੂਡੈਂਟਾਂ ਨਾਲ ਤੇ ਗੱਲ ਉਹਨਾਂ ਨੂੰ ਫਿਰ ਉਹਨਾਂ ਨੂੰ ਮਾਣ ਵਾਲੀ ਗੱਲ ਨਹੀਂ ਹੋਣੀ ਚਾਹੀਦੀ ਹਿੰਦੁਸਤਾਨ ਦੇ ਲੋਕਾਂ ਨੂੰ ਜੇ ਉਸ ਗੱਲ ਨੂੰ ਲੈ ਕੇ ਕਿਉਂਕਿ ਸਿੱਖ ਕਮਿਊਨਿਟੀ ਮਿਨੋਰਟੀ ਦੇ ਵਿੱਚ ਹੈ ਤੇ ਸੌਫਟ ਟਾਰਗੇਟ ਆ ਤੇ ਉਹ ਸਾਡੇ ਵੱਡੇ ਭਰਾ ਨੇ ਉਹਨਾਂ ਕੋਲ ਜ਼ਿਆਦਾ ਤਾਕਤ ਆ ਤੇ ਅੱਜ ਇਹਨਾਂ ਨੂੰ ਜਿੰਨੀ ਬੇਇੱਜ਼ਤੀ ਹੋ ਸਕੇ ਉਹਨੇ ਕਰ ਲਈਏ ਮੈਂ ਇਸ ਚੀਜ਼ ਨਾਲ ਬਿਲਕੁਲ ਐਗਰੀ ਨਹੀਂਗਾ ਜੇ ਉਹਨੇ ਇਹ ਗੱਲ ਕਹੀ ਹੈਗੀ ਆ ਉਹਨਾਂ ਵਾਸਤੇ ਵੀ ਮਾਣ ਵਾਲੀ ਗੱਲ ਹੋਣੀ ਚਾਹੀਦੀ ਆ ਮੈਂ ਤੁਹਾਨੂੰ ਇਤਿਹਾਸ ਦੇ ਵਿੱਚ ਲੈ ਕੇ ਜਾਣਾ ਪਰ ਚਾਹੁੰਦਾ ਇਹਦੇ ਵਿੱਚ ਇਹ ਗੱਲ ਆਮ ਤੌਰ ਤੇ ਉਠਾਈ ਜਾਂਦੀ ਹੈ ਨਾ ਕਿ ਵੀ ਲਿਬਰਲ ਪਾਰਟੀ ਵੱਲੋਂ ਖਾਸ ਤੌਰ ਤੇ ਜਸਟਿਨ ਟਰੂਡੋ ਜਿਹੜੇ ਹੈਗੇ ਨੇ ਵੀ ਉਹ ਖਾਲਿਸਤਾਨ ਦੀ ਜਿਹੜੀ ਹੈ ਵੀ ਜਾਂ ਮਤਲਬ ਲੁਕਵੇਂ ਤਰੀਕੇ ਨਾਲ ਚਾਹੇ ਕਰਦੇ ਪਰ ਸਪੋਰਟ ਕਰਦੇ ਨੇ ਨਹੀਂ ਕੋਈ ਨਹੀਂ ਸਪੋਰਟ ਕਰਦਾ ਖਾਲਿਸਤਾਨ ਦੀ ਮੈਂ ਤੁਹਾਨੂੰ ਹਿਸਟਰੀ 'ਚ ਪਿੱਛੇ ਲੈਣ 2 ਉਦਾਹਰਨਾਂ ਦਵਾਂਗਾ ਜੀ। ਕਾਮਾਗਾਟਾ ਮਾਰੂ 1914 ਜੀ ਇੱਕ ਕਮੇਟੀ ਬਣੀ ਉਹਨਾਂ ਮੁਸਾਫਰਾਂ ਨੂੰ ਥੱਲੇ ਲਾਉਣ ਵਾਸਤੇ ਪੈਸੇ ਇਕੱਠੇ ਕਰਨੇ ਸੀ ਸਾਰੇ ਉਹਦੇ ਵਿੱਚ ਇੱਕ ਹਿੰਦੂ ਸੀ ਇੱਕ ਮੁਸਲਮਾਨ ਸੀ ਇੱਕ ਸਿੱਖ ਸੀ ਤਿੰਨੇ ਭਾਗਾ ਬੰਦੇ ਸੀ ਹਿਸਟਰੀ 'ਚ ਨਾਂ ਹੈਗੇ ਆ ਅੱਛਾ ਫਿਰ ਮੈਂ ਕਈ ਵਾਰੀ ਉਦਾਹਰਨ ਇੱਥੇ ਤੁਹਾਡੇ ਟੀਵੀ ਤੇ ਵੀ ਦਿੱਤੀ ਆ ਅੰਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਗੁਰਦੁਆਰਾ ਜੀ ਸਭ ਤੋਂ ਪਹਿਲੀ ਪ੍ਰੈਜ਼ੀਡੈਂਟ Yes. ਮਾਤਾ ਕ੍ਰਿਸ਼ਨਾ ਖੰਨਾ ਸੀ ਜੀ। ਹਿੰਦੂ ਔਰਤ ਹਿੰਦੂ ਸੀ ਔਰਤ ਸੀ, yes. ਔਰ ਉਹਦਾ ਨਾਂ ਅੰਟਾਰੀਓ ਖਾਲਸਾ ਦਰਬਾਰ ਉਹਨੇ ਰੱਖਿਆ ਆ ਸਾਡਾ ਤਾਂ ਭਾਈਚਾਰਾ ਇੱਕ ਆ ਜੀ। ਮੈਂ ਇਹ ਸਮਝਦਾ ਆ ਔਰ ਮੈਂ ਕਿਉਂਕਿ ਉਹ ਹੋ ਸਕਦਾ ਉੱਥੇ ਜ਼ਿਆਦਾ ਜ਼ੋਰ ਹੋਵੇ ਹਿੰਦੁਸਤਾਨ ਮੈਂ ਉਹਦੇ ਖਿਲਾਫ ਨਹੀਂ ਆ ਹਿੰਦੁਸਤਾਨ ਦੇ ਖਿਲਾਫ ਨਹੀਂ ਆ ਜੀ। ਪਰ ਸਰਕਾਰਾਂ ਦੇ ਖਿਲਾਫ ਤਾਂ ਅੱਗੇ ਵੀ ਮੈਂ ਇੱਕ ਵਾਰੀ ਇੱਥੇ ਗੱਲ ਕਹੀ ਸੀ ਕਿ ਅਸੀਂ ਦੇਸ਼ ਵਿਰੋਧੀ ਨਹੀਂ ਆ ਸਰਕਾਰ ਵਿਰੋਧੀ ਤੇ ਹੋ ਸਕਦੇ ਆ ਨਾ ਆਪੋ ਆਪਣੀ ਓਪੀਨੀਅਨ ਹੈਗੀ ਆ ਜੀ। ਨਾਟ ਕੇ ਸਾਰਿਆਂ ਨੇ ਉਹ ਜਿਹੜੀ ਸਰਕਾਰ ਬਣੀ ਆ ਉਹਦੀ ਪੈਠੀ ਪੂਰਨੀ ਆ ਉੱਥੇ ਵੀ ਤੇ ਆਪੋਜੀਸ਼ਨ ਪਾਰਟੀਆਂ ਹੈਗੀਆਂ ਹੀ ਆ ਅਸੀਂ ਇਸ ਕਰਕੇ ਉਹਨਾਂ ਨੂੰ ਵੀ ਇਸ ਚੀਜ਼ ਨੂੰ ਜੇ ਇਸੇ ਗੱਲ ਨੂੰ ਜਾਂ ਕਰਨਲ ਸਾਹਿਬ ਨੇ ਕਿਹਾ ਕਿ ਇੱਥੋਂ ਉਹਨਾਂ ਨੇ ਗੱਲ ਸ਼ੁਰੂ ਕੀਤੀ ਜੇ ਉਸੇ ਗੱਲ ਨੂੰ ਮਨ 'ਚ ਰੱਖ ਕੇ ਤੇ ਇੱਥੇ ਉਹ ਕਹਿੰਦੇ ਆ ਵੀ ਅਸੀਂ ਹੁਣ ਸਿੱਖਾਂ ਦੀ ਬੇਇੱਜ਼ਤੀ ਕਰਨੀ ਆ ਭਾਵੇਂ ਕੈਨੇਡੀਅਨ ਬੋਰਨ ਮਿਨਿਸਟਰ ਕਿਉਂ ਨਾ ਹੋਵੇ ਸਾਡੇ ਕੰਸਟੀਟਿਊਸ਼ਨ ਦੇ ਹਿਸਾਬ ਨਾਲ ਸਭ ਤੋਂ ਵੱਡਾ ਜਿਹੜਾ ਨੁਕਸਾਨ ਇਸ ਚੀਜ਼ ਦਾ ਇਹ ਹੋਣਾ ਆ ਕਿ ਜਿਹੜੇ ਇੱਥੇ ਹਿੰਦੂ ਕੈਂਡੀਡੇਟਸ ਨੇ ਸਾਡੇ ਬਰੈਂਪਟਨ ਦੇ ਵਿੱਚ 2 ਜਾਂ 3 ਉੱਥੇ 20-25 ਹਜ਼ਾਰ ਸਿੱਖਾਂ ਦੀ ਵੋਟ ਆ ਉਹ ਕੀ ਕਰਨਗੇ ਦੀਪਕ ਆਨੰਦ ਨੂੰ ਅੱਜ ਪੁੱਛ ਕੇ ਦੇਖ ਲਓ ਕਿ ਸਿਰਫ ਉਹ ਹਿੰਦੂਆਂ ਦੀਆਂ ਵੋਟਾਂ ਨਾਲ ਜਿੱਤਿਆ ਨੀਨਾ ਤਾਂਗੜੀ ਨੂੰ ਪੁੱਛ ਕੇ ਦੇਖ ਲਓ ਇਹ ਜਿਹੜੀ ਮੈਂ ਡਿਵੀਜ਼ਨ ਦੀ ਗੱਲ ਕਰਦਾ ਨੁਕਸਾਨ ਹੈ ਲੋਕਾਂ ਦੀਆਂ ਰਿਸ਼ਤੇਦਾਰੀਆਂ ਨੇ ਆਪਸ ਵਿੱਚ ਆਪਾਂ ਇਹੋ ਜਿਹਾ ਪਾਰਟ ਨਾ ਪਲੇ ਕਰੀਏ ਕਿ ਉਹਨਾਂ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕਰੀਏ ਜੇ ਹਾਰਪਰ ਸਾਹਿਬ ਵੀ ਤੇ ਮਲੂਨੀ ਦੀ ਗਵਰਨਮੈਂਟ ਉਦੋਂ ਦੇ ਇਹ ਬਣੇ ਨੇ ਇਹਨਾਂ ਨੂੰ ਵੀ ਪਤਾ ਬੁਸ਼ਾਰਡ ਇਹ ਹੁਣ ਆਇਰਲੈਂਡ ਦੇ ਵਿੱਚ ਹਾਲੇ ਵੀ ਬੇਸ਼ੱਕ ਦਬਵੀਂ ਮੂਵਮੈਂਟ ਚੱਲ ਰਹੀ ਹੈ ਸੈਪਰੇਸ਼ਨ ਦੀ ਤੇ ਇਹਨਾਂ ਤੇ ਕਦੀ ਨਹੀਂ ਕਿਹਾ ਵੀ ਆਇਰਿਸ਼ ਨੂੰ ਅਸੀਂ ਮੈਂਬਰ ਨਹੀਂ ਬਣਾਉਣਾ ਜਾਂ ਦੂਜਿਆਂ ਨੂੰ ਨਹੀਂ ਬਣਾਉਣਾ ਇਹ ਸਿਰਫ ਜਿਹੜੀ ਧੰਨ ਸਾਹਿਬ ਨੇ ਗੱਲ ਕਹੀ ਆ ਉਹਨਾਂ ਨੇ ਇੱਕ ਪੋਲੀਟੀਕਲ ਕਾਰਡ ਪਲੇ ਕੀਤਾ ਔਰ ਕੇਸ ਸਟੇਜ ਤੇ ਆ ਕੇ ਕੀਤਾ ਸਾਡੀ ਕਮਿਊਨਿਟੀ ਦੇ ਵਿੱਚ ਕੀਤਾ ਸਾਡੀ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਆ ਕੇ ਉਹਨਾਂ ਨੇ ਗੱਲ ਕਹੀ ਹੈਗੀ ਆ ਉਸ ਚੀਜ਼ ਦਾ ਮੈਨੂੰ ਦੁੱਖ ਹੈ ਮੈਂ ਸਮਝਦਾ ਕਿ ਇਹ ਰੀਜ਼ਨ ਨਹੀਂ ਹੈ ਕਿ ਬੇਸਿਕਲੀ ਉਹਨਾਂ ਨੇ ਕੁਝ ਸਿੱਖਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਜਦੋਂ ਟਰੂਡੋ ਸਾਹਿਬ ਨੇ ਕਿਹਾ ਕਿ ਮੇਰੇ ਮਿਨਿਸਟਰੀ ਦੇ 4 ਸਿੱਖ ਨੇ ਇਹ ਪਿਓਰਲੀ ਪੋਲੀਟੀਕਲ ਕਾਰਡ ਹੈ ਟੂ ਗੈਟ ਦਾ ਵੋਟਸ Yes. towards the conservative Divide and rule ਵਾਲੀ party ਗੱਲ ਹੈ ਜੀ, ਬਿਲਕੁਲ। ਦਿਲ ਸਾਹਿਬ ਦੀ ਇੱਥੇ ਓਪੀਨੀਅਨ ਜਾਣਨਾ ਚਾਹਾਂਗੇ ਜੀ ਦੇਖੋ ਜਿਹੜੀ ਉਹ ਪਾੜੇ ਦੀ ਗੱਲ ਆ ਇਹਦੇ ਵਿੱਚ ਕਾਫੀ ਸੱਚਾਈ ਆ ਪਰ ਕਈ ਵਾਰ ਜਿਹੜੀ ਬਿਮਾਰੀ ਆ ਉਹ ਬਹੁਤ ਪਹਿਲਾਂ ਸ਼ੁਰੂ ਹੋ ਚੁੱਕੀ ਹੁੰਦੀ ਹੈ ਤਾਂ ਸਿੰਪਟਮ ਬਹੁਤ ਦੇਰ ਬਾਅਦ ਉਹਦਾ ਦਿਖਾਈ ਦਿੰਦਾ ਪਾੜੇ ਦੀ ਗੱਲ ਸ਼ੁਰੂ ਕਦੋਂ ਹੋਈ ਪਾੜੇ ਦੀ ਗੱਲ ਸ਼ੁਰੂ ਹੋਈ ਪ੍ਰੋਵਿੰਸ਼ੀਅਲ ਚੋਣਾਂ ਦੇ ਵਿੱਚ ਜਦੋਂ 1-2 ਸਿੱਖ ਕੈਂਡੀਡੇਟ ਨੋਮੀਨੇਸ਼ਨ ਵਾਸਤੇ ਹਾਰ ਗਏ ਤੇ ਹਿੰਦੂ ਜਿੱਤ ਗਏ ਪਾਰਟੀ ਨੋਮੀਨੇਸ਼ਨ ਦੇ ਪੱਧਰ ਤੇ ਥੋੜੀ ਜੀ ਗੱਲ ਫਿਰ ਇਹੋ ਜਿਵੇਂ ਧਵਨ ਸਾਹਿਬ ਨੇ ਕਿਹਾ ਬਰੈਂਪਟਨ ਦੀ ਇਲੈਕਸ਼ਨ ਵਿੱਚ ਸਿਵਿਕ ਵਿੱਚ ਵੀ ਹੋਈ ਹੁਣ ਜਦ ਫੈਡਰਲ ਨੋਮੀਨੇਸ਼ਨਾਂ ਹੋਣ ਲੱਗੀਆਂ ਤੇ ਕੁਝ ਹਿੰਦੂ ਕੈਂਡੀਡੇਟ ਨੋਮੀਨੇਟ ਹੋਏ ਕੁਝ ਹਿੰਦੂ ਕੈਂਡੀਡੇਟਸ ਨੇ ਕਾਫੀ ਤਕੜੀ ਫਾਈਟ ਦਿੱਤੀ ਤੇ ਰੌਲਾ ਪੈ ਗਿਆ ਲਓ ਜੀ ਇਹ ਹਿੰਦੂ ਜਿਹੜੇ ਆ ਇਹ ਹੁਣ ਸਿੱਖਾਂ ਦੇ ਖਿਲਾਫ ਖੜੇ ਹੋ ਗਏ ਤੇ ਪਾੜੇ ਦੀ ਗੱਲ ਸ਼ੁਰੂ ਹੋ ਗਈ ਜਿੰਨਾ ਚਿਰ ਤੇ ਹਿੰਦੂ ਸਿਰ ਸਿੱਟ ਕੇ ਸਿੱਖਾਂ ਦੇ ਪਿੱਛੇ ਤੁਰੇ ਰਹੇ ਕੋਈ ਪਾੜਾ ਨਹੀਂ ਸੀ 90ਵਿਆਂ ਦੇ ਸ਼ੁਰੂ ਦੇ ਵਿੱਚ ਸਾਡੀ ਜਿਹੜੀ ਕਮਿਊਨਿਟੀ ਆ ਪੰਜਾਬੀ ਕਮਿਊਨਿਟੀ ਆ ਓਨਟਾਰੀਓ ਦੇ ਵਿੱਚ ਖਾਸ ਕਰ BC 'ਚ ਪਹਿਲਾਂ ਉਹ ਪੋਲਿਟਿਕਸ ਵਿੱਚ ਆਉਣੀ ਸ਼ੁਰੂ ਹੋਈ ਉਦੋਂ ਤੋਂ ਹੀ ਤਕਰੀਬਨ ਸਾਰੇ ਦੇ ਸਾਰੇ ਕੈਂਡੀਡੇਟ ਇੱਕ ਜੈਗ ਭੁਦੜੀਏ ਨੂੰ ਛੱਡ ਕੇ ਜਾਂ ਕ੍ਰਿਸਚੀਅਨ ਦੀ ਸਰਕਾਰ ਵੱਲੋਂ MP ਚੁਣਿਆ ਗਿਆ ਸੀ ਮਾਰਖਮ ਤੋਂ ਉਹਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਪ੍ਰੋਵਿੰਸ਼ੀਅਲ ਤੇ ਫੈਡਰਲ ਪੱਧਰ ਦੇ ਉੱਤੇ ਸਿੱਖ MP ਤੇ MPP ਬਣਦਾ ਰਿਹਾ ਇੱਥੋਂ ਔਰ ਹਿੰਦੂ ਕਮਿਊਨਿਟੀ ਬਿਲਕੁਲ ਮੌਜ ਨਾਲ ਸਿਰ ਸਿੱਟ ਕੇ ਇਹਨਾਂ ਦੇ ਪਿੱਛੇ ਇਹਨਾਂ ਦਾ ਸਾਥ ਦਿੰਦੀ ਰਹੀ ਕਦੇ ਉਹਨਾਂ ਨੇ ਸਵਾਲ ਨਹੀਂ ਕੀਤਾ ਕਦੇ ਉਹਨਾਂ ਦੇ ਵਿੱਚੋਂ ਕੋਈ ਕੈਂਡੀਡੇਟ ਮੋਹਰੇ ਨਹੀਂ ਆਇਆ ਕੰਪੀਟੀਸ਼ਨ ਕਿਸੇ ਕਿਸਮ ਦਾ ਉਹਨਾਂ ਨੇ ਨਹੀਂ ਕੀਤਾ ਪਰ ਇਸ ਦੌਰਾਨ ਜਿਹੜੀ ਮਾੜੀ ਗੱਲ ਹੋਈ ਜਿਹੜੀ ਕਿਸੇ ਨੇ ਨੋਟਿਸ ਨਹੀਂ ਕੀਤੀ ਜਿਹਦੇ ਵੱਲ ਕੋਈ ਧਿਆਨ ਨਹੀਂ ਦਿੰਦਾ ਉਹ ਇਹ ਆ ਬਲ ਸਾਹਿਬ ਨੇ ਹੁਣੇ ਕਿਹਾ ਓਨਟਾਰੀਓ ਖਾਲਸਾ ਦਰਬਾਰ ਦੀ ਫਾਊਂਡਰ ਦੇ ਵਿੱਚ ਹਿੰਦੂ ਲੇਡੀ ਦਾ ਨਾਂ ਵੀ ਇਹਨਾਂ ਨੇ ਦੱਸਿਆ ਖੰਨਾ ਦਾ ਪੇਪ ਗੁਰਦੁਆਰੇ ਵਿੱਚ ਵੀ ਇਹੀ ਹਾਲਤ ਸੀ ਉੱਥੇ ਵੀ ਹਿੰਦੂ ਜਿਹੜੇ ਆ ਬਰਾਬਰ ਗੁਰਦੁਆਰੇ ਵਿੱਚ ਹਿੱਸੇਦਾਰ ਸੀ
ਔਰ ਖਾਸ ਗੱਲ ਇਹ ਸੀ ਦੋਵਾਂ ਭਾਈਚਾਰਿਆਂ ਦੀ, ਹਿੰਦੂ ਤੇ ਸਿੱਖ ਦੀ। ਜਦੋਂ ਆਪਾਂ ਹਿੰਦੂ ਤੇ ਸਿੱਖ ਦੀ ਇੱਥੇ ਕੈਨੇਡਾ ਜਾਂ ਓਨਟਾਰੀਓ 'ਚ ਗੱਲ ਕਰਦੇ ਹਾਂ, ਅਸੀਂ ਪੰਜਾਬੀਆਂ ਦੀ ਗੱਲ ਕਰਦੇ ਹਾਂ ਜੀ। ਹਿੰਦੂ ਸਾਈਡ ਦੇ ਉੱਤੇ ਵੀ ਜਿਹੜੇ ਸੀ ਉਹ ਪੰਜਾਬੀ ਹਿੰਦੂ ਹੀ ਸੀ ਬਹੁਤੇ। ਉਹ ਜਿਹੜੇ ਨਾਨ ਪੰਜਾਬੀ ਹਿੰਦੂ ਸੀ ਹਿੰਦੁਸਤਾਨ ਦੇ, ਥੋੜ੍ਹੇ ਬਹੁਤੇ ਕੋਈ ਡਾਕਟਰ ਸ਼ਾਕਟਰ ਜਾਂ ਬਿਜ਼ਨਸਮੈਨ ਗੁਜਰਾਤੀ ਬੰਗਾਲੀ ਜਾਂ ਮਦਰਾਸੀ ਵਗੈਰਾ ਸੀ, ਉਹ ਉਹਨਾਂ ਦੇ ਨੇੜੇ ਨਹੀਂ ਸੀ। ਕਲਚਰਲੀ ਉਹ ਸਾਡੇ ਨੇੜੇ ਸੀ, ਉਹ ਸਾਡੇ ਨਾਲ ਹੀ ਰਹਿੰਦੇ ਸੀ, ਗੁਰਦੁਆਰੇ ਵਿੱਚ ਵੀ ਆਉਂਦੇ ਸੀ, ਭਾਈਚਾਰਕ ਸਾਂਝ ਵੀ ਸਾਡੇ ਨਾਲ ਸੀ, ਉਹ ਇੱਕੋ ਹੀ ਸੀ ਕਮਿਊਨਿਟੀ ਬਿਲਕੁਲ। ਪਰ ਡਿਵੀਜ਼ਨ ਕਦੋਂ ਸ਼ੁਰੂ ਹੋਈ? ਜਦੋਂ ਥੋੜ੍ਹਾ ਜਿਹਾ ਸਿੱਖਾਂ ਵਿੱਚ ਕੱਟੜਵਾਦ ਵਧਿਆ ਤੇ 84 ਦੀ ਘਟਨਾ ਹੋਈ ਤੇ ਮੈਡੀਸਨ ਸਕੁਅਰ ਗਾਰਡਨ ਵਿੱਚ ਇੱਥੇ ਥੋੜੇ ਜਿਹਾ ਵਿਚਾਰ ਆਪਾਂ ਬਿਰਦੀ ਸਾਹਿਬ ਦੇ ਲੈ ਲਈਏ। ਜਿਹੜੀ ਇਹਨਾਂ ਨੇ ਗੱਲ ਕੀਤੀ ਹੈ ਜੀ ਵੀ ਇਹ ਹਿੰਦੂ ਸਿਰ ਸੱਟ ਕੇ ਮਗਰ ਲੱਗਦੇ ਰਹੇ, ਮੈਂ ਬਿਲਕੁਲ ਹੀ ਇਸ ਗੱਲ ਨੂੰ ਮੈਂ ਬਹੁਤ ਮਤਲਬ ਕੰਡੈਮ ਕਰਦਾ। ਮੈਂ ਸਿੱਧਾ ਕਹਿ ਸਕਦਾ ਕੰਡੈਮ ਕਰਦਾ ਜੀ, ਕਿਉਂਕਿ ਇਹੋ ਜੀ ਗੱਲ ਵੀ ਕਹਿੰਦੇ ਵੀ ਹਿੰਦੂ ਸਿਰ ਸੱਟ ਕੇ ਕਰਦੇ ਰਹੇ, ਇਹ ਆਪਦੇ ਵਿੱਚ ਰੇਸਿਸਟ ਕਮੈਂਟ ਹੈ ਜੀ ਇੱਕ ਤਰ੍ਹਾਂ ਦਾ। ਵੀ ਆਪਾਂ ਹਿੰਦੂ ਕਮਿਊਨਿਟੀ ਐਡੀ ਵੱਡੀ ਕਮਿਊਨਿਟੀ, ਜਿਹੜੇ ਅਸੀਂ ਹੁਣੇ ਬਾਤ ਸਾਹਿਬ ਕਹਾਂ ਕਿ ਸਾਡੇ ਰਿਸ਼ਤੇਦਾਰ ਵੀ ਆ, ਸਾਡੇ ਬਿਜ਼ਨਸ ਸਾਂਝੇ ਆ, ਹੁਣ ਵੀ ਕਿੰਨਾ ਕੁ ਅਸੀਂ ਸਾਂਝਾ, ਸਾਡਾ ਵਿਰਸਾ ਇੱਕੋ ਹੀ ਹੈ ਜੀ। ਉਸ ਗੱਲ ਨੂੰ ਐਂ ਕਹਿੰਦਾ ਵੀ ਉਹ ਸਿਰ ਸੁੱਟ ਕੇ, ਇਹ ਚੰਗੀ ਗੱਲ ਨਹੀਂ, ਵਧੀਆ ਕਮੈਂਟ ਨਹੀਂ ਗਾ ਜੀ ਇਹ। ਦੂਜੀ ਗੱਲ ਜਿਹੜੀ ਕਹਿੰਦੇ ਵੀ ਉਹ ਇਗਨੋਰ ਹੁੰਦੇ ਰਹੇ, ਪੋਲੀਟਿਕਸ ਵਿੱਚ ਇਗਨੋਰ ਹੁੰਦੇ ਰਹੇ। ਕਦੋਂ ਦੇ ਇੰਡੀਅਨ ਭਾਰਤੀ ਜਿਹੜੇ ਪੋਲੀਟਿਕਸ 'ਚ ਆਏ ਆ ਜੀ, ਕਿੰਨਾ ਚਿਰ ਹੋ ਗਿਆ ਜੀ? ਅੱਜ ਤੱਕ ਕਿਤੇ ਵੀ ਕਮਿਊਨਿਟੀ ਵੱਲੋਂ, ਖਾਸ ਕਰ ਜੇ ਆਪਾਂ ਹਿੰਦੂ ਸਿੱਖ ਦੀ ਗੱਲ ਕਰਨ ਲੱਗੇ, ਕਿਤੇ ਵੀ ਹਿੰਦੂ ਕਮਿਊਨਿਟੀ ਵੱਲੋਂ ਕਿਤੇ ਵੀ ਇਹੋ ਜਿਹੀ ਗੱਲ ਕਿਤੇ ਬਾਹਰ ਉੱਭਰ ਕੇ ਸਾਹਮਣੇ ਇਹ ਵੀ ਸਾਨੂੰ ਇਗਨੋਰ ਹੋ ਰਿਹਾ, ਜਾਂ ਸਾਡੇ ਕੰਮ ਨਹੀਂ ਹੁੰਦੇ, ਸਾਡੇ ਜਾਂ ਮਿਨਿਸਟਰ ਨਹੀਂ ਸੁਣਦੇ, ਸਾਡੇ MPP ਨਹੀਂ ਸੁਣਦੇ, ਜਾਂ ਸਾਡੀ ਸਰਕਾਰ ਨਹੀਂ ਸੁਣਦੀ। ਅੱਜ ਤੱਕ ਕਿਤੇ ਵੀ ਮੈਨੂੰ 22 ਸਾਲ ਹੋ ਗਏ ਇੱਥੇ ਆਏ ਨੂੰ, ਅੱਜ ਤੱਕ ਇੱਕ ਸਿੰਗਲ ਸਟੇਟਮੈਂਟ ਸੁਣੀ ਕਿਤੇ। ਇਹ ਪੁਰਾਣੇ ਬੰਦੇ ਬੈਠੇ, ਇਹਨਾਂ ਨੇ ਵੀ ਕਦੇ ਸੁਣੀ ਨਹੀਂ ਹੋਣੀ ਗੱਲ ਜੀ। ਇਹ ਗੱਲ ਸ਼ੁਰੂ ਕਦੋਂ ਹੋਈ ਜੀ? ਇਹ ਪਤਾ ਨਹੀਂ ਕਿੱਥੋਂ ਦੀ ਗੱਲ ਕਹਿ ਰਹੇ ਆ। ਇਹ ਗੱਲ ਸ਼ੁਰੂ ਕਦੋਂ ਹੋਈ? ਜਦੋਂ ਇੱਥੇ ਬਰੈਂਪਟਨ ਈਸਟ ਦੀ ਨੋਮੀਨੇਸ਼ਨ ਹੋਈ ਸੀ, ਪਹਿਲੀ ਵਾਰ ਉਦੋਂ ਇਹ ਗੱਲ ਸ਼ੁਰੂ ਹੋਈ ਸੀ ਜੀ, ਔਨ ਰੈਕੋਰਡ ਹੈ ਗੱਲ ਇਹ। ਉਦੋਂ ਇੱਕ ਕੈਂਡੀਡੇਟ ਵੱਲੋਂ ਸਿਰਫ ਤੇ ਸਿਰਫ ਆਪਣੀ ਕਮਿਊਨਿਟੀ ਦੇ ਬੰਦੇ ਨੂੰ, ਹਿੰਦੂਆਂ ਨੂੰ ਹੀ ਅਪਰੋਚ ਕੀਤਾ ਗਿਆ, ਸਿੱਖਾਂ ਨੂੰ ਅਪਰੋਚ ਤੱਕ ਨਹੀਂ ਕੀਤਾ ਗਿਆ। ਭਾਈ ਭਾਵੇਂ ਉਹਦੀ ਪਾਰਟੀ ਦੇ ਬੰਦੇ ਸੀ, ਉਹਨਾਂ ਨੂੰ ਅਪਰੋਚ ਨਹੀਂ ਕੀਤਾ ਗਿਆ। ਉਦੋਂ ਉਹ ਪਹਿਲੀ ਹਿੱਟ ਧਰੀ ਗਈ ਸੀ ਜੀ ਇਸ ਪਾੜੇ ਦੀ, ਤੇ ਜਿਹਨੂੰ ਕਿ ਸਾਨੂੰ ਰਿਕਾਰਡ ਤੇ ਮਨਾਉਣਾ ਚਾਹੀਦਾ। ਇਸ ਗੱਲ ਨੂੰ ਇਹੋ ਜਿਹੀਆਂ ਗੱਲਾਂ ਕਰਕੇ ਆਪਾਂ ਹੋਰ ਪਾੜਾ ਨਾ ਵਧਾਈਏ, ਵਾਪਸ ਮੁੜੀਏ ਜੀ। ਅਸੀਂ ਉਹੀ ਹੈ, ਅਸੀਂ ਉਹੀ ਰਹਿਣਾ। ਇਸ ਗੱਲ ਨੂੰ ਮਤਲਬ ਐਂ ਕਮੈਂਟ ਕਰਦੇ ਨੇ ਜਿਵੇਂ ਪਹਿਲਾਂ ਗੱਲ ਹੋਈ ਹੈ ਜੀ, ਇਹ ਵੀ ਟੂਰਾ ਸਾਹਿਬ ਨੇ। ਹਾਂਜੀ ਬਿਰਦੀ ਸਾਹਿਬ, ਟਾਈਮ ਇੱਕ ਬ੍ਰੇਕ ਦਾ ਹੋ ਗਿਆ, ਸੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਡੇ ਵਿਚਾਰ ਲੈਣੇ ਤਾਂ ਸਾਹਿਬ। ਸੋ ਜੀ ਬਿਲਕੁਲ ਇੱਕ ਖੁੱਲਾ ਪਲੇਟਫਾਰਮ ਹੈ, ਹਰੇਕ ਬੰਦੇ ਦੇ ਆਪਣੇ ਨਿੱਜੀ ਵਿਚਾਰ ਨੇ, ਉਹ ਰੱਖ ਸਕਦਾ ਹੈ। ਪਰ ਗੱਲ ਤਾਂ ਸਿਰਫ ਜਿਹੜੀ ਇਹ ਹੈ ਕਿ ਸਾਂਝੀ ਵਾਲਤਾ ਔਰ ਪਿਆਰ ਮੁਹੱਬਤ ਦੇ ਨਾਲ ਹਰੇਕ ਭਾਈਚਾਰੇ ਨੂੰ ਰਹਿਣਾ ਚਾਹੀਦਾ। ਲੇਕਿਨ ਧਵਨ ਸਾਹਿਬ ਬਿਰਦੀ ਸਾਹਿਬ ਦੇ ਰਿਸਪੌਂਸ ਦੇ ਵਿੱਚ ਕੀ ਕਹਿਣਾ ਚਾਹੁੰਦੇ ਨੇ, ਇਸ ਵਕਫੇ ਤੋਂ ਬਾਅਦ ਆਪਾਂ ਜਾਣਦੇ ਹਾਂ। ਜੀ ਅੱਜ ਦੀ ਜਿਹੜੀ ਸੱਥ ਹੈ ਉਹ ਬਿਲਕੁਲ ਮਗੀ ਹੋਈ ਹੈ, ਸਿਆਸਤ ਦੀ ਸੱਥ। ਹਰੇਕ ਦੇ ਅੱਜ ਦੇ ਜਿਹੜੇ ਬੁਲਾਰੇ ਹੈ ਨਿੱਜੀ ਵਿਚਾਰ ਹੈਗੇ ਨੇ। ਅਜੇ ਮੇਰੇ ਖਿਆਲ ਨਾਲ ਬਲਰਾਜ ਦਿਓਲ ਹੋਣੀ ਜਿਹੜੀ ਆਪਣੀ ਗੱਲਬਾਤ ਕਰ ਰਹੇ ਸੀਗੇ, ਉਹ ਪੂਰੀ ਨਹੀਂ ਸੀ ਹੋਈ, ਤੇ ਉਹਦੇ ਉੱਪਰ ਜਿਹੜਾ ਕਮੈਂਟ ਬਿਰਦੀ ਸਾਹਿਬ ਹੁਣੀ ਕਰ ਰਹੇ ਨੇ, ਤੇ ਮੈਂ ਅਜੇ ਫਿਰ ਵਾਪਸ ਬਲਰਾਜ ਦਿਓਲ ਹੋਣਾ ਦੇ ਕੋਲੋਂ ਪਰਤਣਾ। ਪਰ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਉਹਨਾਂ ਦੇ ਉੱਪਰ ਧਵਨ ਸਾਹਿਬ ਜਿਹੜਾ ਹੈ ਜੀ, ਉਹ ਸਾਂਝਾ ਰਿਐਕਸ਼ਨ ਕੀ ਦਿੰਦੇ ਨੇ। ਧਵਨ ਸਾਹਿਬ ਤੁਸੀਂ ਸੰਖੇਪ ਦੇ ਵਿੱਚ ਗੱਲ ਕਰੋ, ਫਿਰ ਮੈਂ ਵਾਪਸ ਦੁਬਾਰਾ ਦਿਓ। ਵੈਰੀ ਕੁਇਕਲੀ ਮੈਂ ਸਮਝਦਾ ਕਿ ਸ਼ਾਇਦ ਜਿਹੜਾ ਬਲਰਾਜ ਦੀ ਵਰਡਿੰਗ ਸੀਗੀ, ਮੈਂ ਉਹਨੂੰ ਡਿਫਰੈਂਟ ਤਰੀਕੇ ਨਾਲ ਵੇਖਣਾ। ਇੱਕ ਸਮੇਂ ਤੱਕ ਜਿਹੜੇ ਹਿੰਦੂ ਸੀਗੇ ਇੱਥੇ, ਇਹ ਨਹੀਂ ਕਿ ਉਹ ਸਿੱਖਾਂ ਦੇ ਮਗਰ ਲੱਗੇ ਹੋਏ ਸੀਗੇ, ਬਲਕਿ ਉਹ ਇਨਐਕਟਿਵ ਸੀਗੇ। ਉਹ ਇਨਐਕਟਿਵ ਸੀਗੇ, ਮੇਰੀ ਅੰਡਰਸਟੈਂਡਿੰਗ ਹੈ। ਪਰ ਉਹਦਾ ਕਾਰਨ ਕੀ ਸੀਗਾ? ਉਹਦਾ ਕਾਰਨ ਇਹ ਹੈ ਕਿ ਤੁਸੀਂ ਦੇਖੋ ਕਿ ਜਿਹੜੇ ਪ੍ਰੋਮੀਨੈਂਟ ਸਿੱਖ ਲੀਡਰਸ਼ਿਪ ਜਿਹੜੀ ਪੋਲੀਟੀਕਲੀ ਐਕਟਿਵ ਸੀ, ਉਹ ਸਾਰੇ ਦੇ ਸਾਰੇ ਕਿਸੇ ਨਾ ਕਿਸੇ ਫਾਰਮ ਦੇ ਵਿੱਚ ਥੋੜੀ ਜਿਹੀ ਉਹਨਾਂ ਦੀ ਸੌਫਟਨੈਸ ਜਿਹੜੀ ਸੀ ਉਹ ਪ੍ਰੋ ਖਾਲਿਸਤਾਨੀ ਸੀਗੀ। ਇਸ ਕਰਕੇ ਹਿੰਦੂਜ਼ ਜਿਹੜੇ ਨੇ ਉਹ ਜ਼ਿਆਦਾ ਐਕਟਿਵ ਨਹੀਂ ਹੋਏ, ਪਰ ਉਹ ਆਪਣੇ ਆਪ ਨੂੰ ਮਾਰਜਨਲਾਈਜ਼ਡ ਸਮਝਦੇ ਰਹੇ ਆ ਮਾਈਂਡ ਦੇ ਵਿੱਚ। ਉਹਦਾ ਰਿਐਕਸ਼ਨ ਜਿਹੜਾ ਉਹ ਹੁਣ ਦਿਆ ਜੀ। ਸੰਖੇਪ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦਿਓ, ਫਿਰ ਆਪਾਂ ਦੁਬਾਰਾ ਇੱਕ ਵਾਰੀ ਦਿਓ ਸਭ ਕੋ ਪਰਤਦੇ ਹਾਂ। ਦੇਖੋ ਜਿਵੇਂ ਦਿਓਲ ਸਾਹਿਬ ਨੇ ਕਿਹਾ, ਅਸੀਂ ਮੈਂ ਇੱਥੇ ਜਾਣਾ ਚਾਹੁੰਦਾ ਪੰਜਾਬ ਤੇ। ਅਸੀਂ ਪੰਜਾਬ 'ਚ ਵੀ ਨਾ ਜੀ ਹਮੇਸ਼ਾ ਪੋਲੀਟਿਕਸ ਨੂੰ ਰਿਲੀਜਨ ਨਾਲ ਜੋੜਤਾ, ਠੀਕ ਹੈ, ਤੇ ਅੱਖਾਂ ਮੀਟ ਕੇ ਅਸੀਂ ਅਕਾਲੀ ਦਲ ਨੂੰ ਵੋਟ ਪਾਉਂਦੇ ਰਹੇ ਜੀ, ਪੰਥ ਦੀ ਪਾਰਟੀ ਹੈ। ਅੱਜ ਸਾਨੂੰ ਪਤਾ ਕਿ ਪੰਜਾਬ ਦਾ ਕੀ ਹਾਲ ਹੋਇਆ, ਚਾਹੇ ਨਸ਼ਿਆਂ ਦਾ ਕੁਝ ਵੀ ਹੈ। ਸੇਮ ਚੀਜ਼ ਅਸੀਂ ਜੇ ਇੱਥੇ ਦੇ ਫੈਕਟ ਉਹਨੂੰ ਇਗਨੋਰ ਨਹੀਂ ਕਰ ਸਕਦੇ। ਇਹਦੇ 'ਚ ਫੈਕਟ ਹੈਗਾ ਜੀ। ਵੇਖੋ ਇਹ 'ਚ ਕੋਈ ਡਾਊਟ ਨਹੀਂ ਹੈਗਾ, ਫੈਕਟ ਪ੍ਰੂਵ ਕਰਦੇ ਆ ਕਿ ਸਿੱਖਾਂ ਦੀ ਡੋਮੀਨੇਸ਼ਨ ਰਹੀ ਹੈ ਪੋਲੀਟਿਕਸ ਵਿੱਚ, ਠੀਕ ਹੈ। ਲੀਡਰ ਸਾਡੇ ਬਣਦੇ ਰਹੇ ਆ, MPP ਬਣਦੇ ਰਹੇ, MP ਬਣਦੇ ਰਹੇ ਆ, ਠੀਕ ਹੈ। ਦੂਜੇ ਪਾਸੇ ਠੀਕ ਹੈ, ਜਿਵੇਂ ਇਹਨਾਂ ਨੇ ਕਿਹਾ, ਉਹ ਕਮਿਊਨਿਟੀ ਜਿਹੜੀ ਆ, ਚਾਹੇ ਜਿੰਨਾ ਮਰਜ਼ੀ ਅਸੀਂ ਕਹੀਏ, ਦੇਖੋ ਹਰ ਬੰਦਾ ਆਪਣੀ ਰਿਪਰੈਜ਼ੈਂਟੇਸ਼ਨ ਚਾਹੁੰਦਾ ਜਿਸ ਤਰ੍ਹਾਂ ਅਸੀਂ ਚਾਹੁੰਦੇ ਹਾਂ ਜੀ। ਉਹਨਾਂ ਨੂੰ ਇਹ ਹਮੇਸ਼ਾ ਮਹਿਸੂਸ ਹੋਇਆ ਕਿ ਬਈ ਅਸੀਂ ਕਿਉਂ ਨਹੀਂ ਲੀਡਰ ਬਣ ਸਕਦੇ। ਹੁਣ ਪਿਛਲੇ 3-4 ਸਾਲ ਤੋਂ ਉਹਨਾਂ ਦੀ ਉਹ ਰੈਵੋਲੂਸ਼ਨ ਆਈ ਹੈ, ਜਦ ਕਿ
ਦੇ ਉਹਨਾਂ ਨੂੰ ਫੀਲਿੰਗ ਆਉਣੀ ਸ਼ੁਰੂ ਹੋਈ ਹੈ ਕਿ ਬਈ ਅਸੀਂ ਵੀ ਖੜੇ ਹੋਣਾ, ਅਸੀਂ ਵਿੱਚ ਆਉਣਾ। ਹੁਣ ਉਹ ਇੱਕ ਦੂਜੇ ਲਈ, ਉਹ ਇੱਕ ਦੂਜੇ ਦੀ ਜਿੱਦਾਂ ਮੁਕਾਬਲੇ ਤੇ ਬਣ ਉਹ ਹੁਣ ਇੱਕ ਮੁਕਾਬਲਾ ਬਣ ਗਿਆ। ਓਕੇ, ਔਰ ਇਹ ਫੈਕਟ ਹੈਗਾ, ਅਸੀਂ ਜੋ ਮਰਜ਼ੀ ਕਰੀਏ। ਬਰੈਂਪਟਨ ਈਸਟ ਇੱਕ ਲਾਈਵ ਐਗਜ਼ਾਮਪਲ ਹੈ, ਬਰੈਂਪਟਨ ਨਾਰਥ ਲਾਈਵ ਐਗਜ਼ਾਮਪਲ ਹੈ। ਉੱਥੇ ਅੱਜ ਦੇ ਦਿਨ 'ਚ ਜਿਹੜਾ ਕੋਈ ਇਹ ਕਹਿ ਦੇ ਕਿ ਜੀ ਉੱਥੇ ਇਹ ਚੀਜ਼ ਇਕੱਠੀ ਨਹੀਂ ਹੋ ਰਹੀ ਕਿ ਬਈ ਜੀ ਇਹ ਹਿੰਦੂ ਕੈਂਡੀਡੇਟ ਆ, ਅਸੀਂ ਇਕੱਠੇ ਹੋ ਕੇ ਜੀ ਆਪਣਾ ਬੰਦਾ ਜਿਤਾਉਣਾ, ਇਹ ਸਾਰੇ ਬੋਲ ਰਹੇ ਉੱਥੇ ਪਿੰਡ ਲੋਕੀ ਇਕੱਠੇ ਹੋ ਕੇ ਗੱਲ ਕਰ ਰਹੇ ਆ। ਅਸੀਂ ਐਕਸੈਪਟ ਕਰੀਏ ਜਾਂ ਨਾ ਕਰੀਏ, ਇਟਸ ਅ ਫੈਕਟ। ਪਰ ਇਹ ਮੰਦਭਾਗੀ ਚੀਜ਼ ਹੈਗੀ ਆ, ਜਿੱਦਾਂ ਬਾਲ ਸਾਹਿਬ ਨੇ ਕਿਹਾ, ਅਸੀਂ ਵੀ ਇਹ ਕੰਡੈਮ ਕਰਦੇ ਇਸ ਚੀਜ਼ ਨੂੰ ਕਿ ਬਈ ਇਹ ਚੰਗੀ ਚੀਜ਼ ਨਹੀਂ ਹੈਗੀ, ਪਰ ਹੋ ਰਹੀ ਆ। ਇਹਨੂੰ ਅਸੀਂ ਇਹ ਨਹੀਂ ਕਹਿ ਸਕਦੇ ਵੀ ਹੋ ਨਹੀਂ ਰਹੀ ਕਿ ਇਹ ਜਿਹੜੀ ਪ੍ਰਬਲ ਚੀਜ਼ ਹੋ ਗਈ ਹੈ। ਚਾਹੇ ਮੇਅਰ ਇਲੈਕਸ਼ਨ ਦੇ ਵਿੱਚ ਉਹ ਸ਼ਰੇਆਮ ਦਿਖੀ, ਠੀਕ ਹੈ, ਹੁਣ ਵੀ ਦਿਖੇਗੀ। ਇਹ ਇੱਕ ਅਗਲੀ ਟਰਨ ਜਿਹਨੂੰ ਕਹਿੰਦੇ ਆ ਵੀ ਉਹ ਪੋਲੀਟਿਕਸ ਦੀ ਆ ਚੁੱਕੀ ਹੈ ਇੱਥੇ। ਹੁਣ ਕੀ ਹੈਗਾ, ਜਿਹੜਾ ਵੀ ਬਲੌਕ ਆ, ਹੁਣ ਮੈਸੇਜ ਆ ਰਿਹਾ WhatsApp ਗਰੁੱਪਸ ਤੇ ਆ ਰਹੇ ਆ ਕਿ ਜੀ ਇਕੱਠੇ ਹੋ ਕੇ ਜੀ ਤੁਸੀਂ ਇਸ ਕੈਂਡੀਡੇਟ ਨੂੰ ਪਾਓ। ਉੱਥੇ ਪਤਾ ਲੱਗਦਾ ਵੀ ਉਹ ਜਾਤ ਬਰਾਦਰੀ ਦੇ ਬੇਸ ਤੇ ਆ। ਦੂਜੇ ਪਾਸੇ ਮੈਸੇਜ ਜਿਹੜੇ ਆਬਵੀਅਸਲੀ ਕੰਟਰਰੀ ਮੈਸੇਜ ਵੀ ਆਉਣਗੇ। ਹੁਣ ਇਹ ਜਿਹੜੀ ਚੀਜ਼ ਹੋਈ ਹੈ ਸ਼ੁਰੂ, ਇਹ ਬੇਸਿਕਲੀ ਕੰਪੀਟੀਸ਼ਨ ਹੈ ਜੀ ਕਿ ਬਈ ਸਾਡੀ ਵੀ ਨੁਮਾਇੰਦਗੀ ਹੋਣੀ ਚਾਹੀਦੀ ਹੈ। ਸਾਨੂੰ ਹੁਣ ਇੱਥੇ ਕੌਣ ਇਹਨੂੰ ਕਹਿੰਦੇ ਨਾ ਕਿ ਘੰਟੀ ਕਿਹਨੇ ਪਾਉਣੀ ਆ ਗੱਲ 'ਚ, ਉਹ ਹੁਣ ਉਹ ਇਹੋ ਜਿਹੇ ਨਵੇਂ ਜਿਹੜੇ ਸੂਝਵਾਨ ਲੋਕ ਹੋਣੇ ਚਾਹੀਦੇ ਆ ਜਿਹੜੇ ਵਿੱਚ ਬਹਿਣ, ਔਰ ਉਹਦੇ ਵਿੱਚ ਜਿਹੜਾ ਆ ਇਹ ਕਹਿਣ ਵੀ ਵੇਖੋ ਜੀ ਕੁਆਲਿਟੀ ਕੈਂਡੀਡੇਟ ਜਿਹੜਾ ਹੈਗਾ, ਜਿਹੜਾ ਵੀ ਇੰਡੋ ਕੈਨੇਡੀਅਨ ਰੀਜਨ ਦਾ ਹੈਗਾ, ਚਾਹੇ ਉਹ ਸਿੱਖ ਹੈ ਹਿੰਦੂ, ਉਹਨੂੰ ਵੋਟ ਪਾਓ। ਠੀਕ ਹੈ, ਉਹ ਚੀਜ਼ ਜਿਹੜੀ ਆ ਉਹ ਨਹੀਂ ਹੋ ਰਹੀ। ਹੁਣ ਬਰੈਂਪਟਨ ਵੈਸਟ ਵਿੱਚ ਹਿੰਦੂ ਕੈਂਡੀਡੇਟ ਆ, ਉੱਥੇ ਸ਼ਰੇਆਮ ਹੀ ਰਿਵੋਲਟ ਹੋ ਰਿਹਾ। ਠੀਕ ਹੈ, ਨਹੀਂ ਜੀ ਇਹ ਹਿੰਦੂ ਕੈਂਡੀਡੇਟ ਹੈ, ਇਹਨੂੰ ਇਹ ਹੁਣ ਕੀ ਹੋ ਗਿਆ, ਉੱਤੇ ਵੀ ਜਾ ਚੁੱਕੇ ਆਪਾਂ। ਅਸੀਂ ਇਹ ਕਹਿਣਾ ਸ਼ੁਰੂ ਕਰਤਾ, ਜਿੱਦਾਂ ਅਸੀਂ ਅਕਾਲੀ ਦਲ ਨੂੰ ਪੰਥ ਦੀ ਪਾਰਟੀ ਮੰਨਣ ਲੱਗ ਪਏ, ਅਸੀਂ ਹੁਣ ਲਿਬਰਲ ਨੂੰ ਪੰਥ ਦੀ ਪਾਰਟੀ ਬਣਾ ਲਿਆ। ਠੀਕ ਹੈ, ਅਸੀਂ ਇਹ ਸੋਚਦੇ ਹਾਂ ਵੀ ਇਹ ਸਾਡੇ ਇਸ ਕਰਕੇ ਅਸੀਂ ਅੱਜ ਦੇ ਦਿਨ ਅਸੀਂ ਏਜੰਡੇ ਦੀ ਤਾਂ ਗੱਲ ਨਹੀਂ ਕਰਦੇ, ਅਸੀਂ ਗੱਲ ਕਰ ਰਹੇ ਹਾਂ ਰਿਲੀਜਨ ਨਾਲ ਜੋੜ ਕੇ ਕਿ ਵੀ ਕਿਉਂਕਿ ਸਾਡੀ ਨੋਮੀਨੇਸ਼ਨ ਜ਼ਿਆਦਾ ਜਿਹੜੀ ਆ ਉਹ ਜਿਹੜੀ ਦਿਖਦੀ ਆ ਉਹ ਲਿਬਰਲ ਦਿਖਦੀ ਹੈ। ਸੋ ਅਸੀਂ ਲਿਬਰਲ ਹੋ ਰਹੇ, ਰਿਗਾਰਡਲੈਸ ਕਿ ਅਸੀਂ ਉੱਥੇ ਚੰਗੀ ਚੀਜ਼ ਵੇਖੀ ਹੈ ਜਾਂ ਨਹੀਂ ਵੇਖੀ, ਅਸੀਂ ਏਜੰਡੇ ਦੇ ਉੱਤੇ ਨਹੀਂ ਹੈਗੇ। ਅਸੀਂ ਅੱਜ ਫਿਰ ਪੋਲੀਟਿਕਸ ਜਿਹੜੀ ਆ ਉਹ ਰਿਲੀਜਨ ਨਾਲ ਜੋੜਦੀ ਆ, ਉਹ ਮੰਦਭਾਗੀ ਚੀਜ਼ ਹੈਗੀ ਆ ਸਾਡੀ ਅਗਲੀ ਆਉਣ ਵਾਲੀ ਜਨਰੇਸ਼ਨ। ਜੀ ਦਿਲ ਸਾਹਿਬ, ਤੁਸੀਂ ਆਪਣੀ ਗੱਲ ਇੱਕ ਵਾਰੀ ਕੰਪਲੀਟ ਕਰੋ ਜੀ। ਮੇਰੀ ਗੱਲ ਵਿੱਚੇ ਰਹਿ ਗਈ ਸੀ, ਵਿਰਦੀ ਸਾਹਿਬ ਕਾਲੇ ਪੈ ਗਿਆ। ਮੈਂ ਇੱਥੇ ਕਿਸੇ ਨੂੰ ਕੰਡੈਮ ਕਰਨ ਨਹੀਂ ਆਇਆ, ਤੇ ਨਾ ਹੀ ਮੈਂ ਕੋਈ ਐਸੀ ਸਟੇਟਮੈਂਟ ਦੇਣੀ ਜਿਹਦੇ ਨਾਲ ਕੋਈ ਖੁਸ਼ ਹੋ ਸਕੇ ਜਾਂ ਕੋਈ ਨਾਰਾਜ਼ ਹੋ ਜਾਵੇ, ਭਾਵੇਂ ਵਿਊਰ 'ਚ ਹੋਵੇ ਤੇ ਭਾਵੇਂ ਹਰੇਕ ਦਿਨ ਨਿੱਜੀ ਵਿਚਾਰ ਆਪਣਾ ਵਿਚਾਰ ਜਿਹੜਾ ਮੇਰਾ ਪਰਸਪੈਕਟਿਵ ਆ ਮੈਂ ਤੇ ਉਹ ਦੇਣਾ। ਮੈਂ ਇਹ ਕਹਿ ਰਿਹਾ ਸੀ ਵੀ ਕਮਿਊਨਿਟੀਜ਼ ਦੇ ਵਿੱਚ ਹਿੰਦੂ ਤੇ ਸਿੱਖ ਕਮਿਊਨਿਟੀ ਪੰਜਾਬੀ, ਉਹਨਾਂ ਵਿੱਚ ਬੜੀ ਸਾਂਝ ਸੀ। ਉਹ ਸਾਂਝ ਜਦੋਂ ਟੁੱਟਣੀ ਸ਼ੁਰੂ ਹੋਈ, ਖਾਸ ਕਰਕੇ 84 ਦੇ ਲਾਗੇ, ਤੇ ਨਿਊਯਾਰਕ ਦੇ ਵਿੱਚ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਦੀ ਸ਼ੁਰੂਆਤੀ ਕਾਨਫਰੰਸ ਸੀ, ਜਿੱਥੋਂ ਬਾਅਦ ਇਹਨੂੰ ਐਸਟੈਬਲਿਸ਼ ਕੀਤਾ ਗਿਆ, ਉੱਥੇ ਅਜਾਇਬ ਸਿੰਘ ਬਾਗੜੀ ਨੇ ਖੜਾ ਹੋ ਕੇ ਕਿਹਾ ਜੀ 50,000 ਹਿੰਦੂਆਂ ਦਾ ਸਿਰ ਲੈ ਕੇ ਅਸੀਂ ਚੈਨ ਲਵਾਂਗੇ। ਉਹ ਬਾਰ-ਬਾਰ ਮੀਡੀਆ ਤੇ ਪਲੇ ਅੱਜ ਤੱਕ ਵੀ ਹੁੰਦੀ ਹੈ, ਇੰਗਲਿਸ਼ ਮੀਡੀਆ ਤੇ ਵੀ ਹੁੰਦੀ ਹੈ। ਕਦੇ ਕਿਸੇ ਵੱਡੇ ਸਿੱਖ ਆਗੂ ਨੇ ਉਹਨੂੰ ਕੰਡੈਮ ਨਹੀਂ ਕੀਤਾ ਵੀ ਤੂੰ ਭਾਈ ਇਹ ਕੀ ਗੱਲਾਂ ਕਰਦਾ ਫਿਰਦਾ। ਤੇ ਇੱਥੇ ਮੈਂ ਉਹਦਾ ਵਿਟਨੈਸ ਹਾਂ। ਪੇਪ ਗੁਰਦੁਆਰੇ ਦੇ ਵਿੱਚ ਇੱਕ ਸਿੰਧੀ ਸਿੱਖ ਸੇਵਾ ਕਰਦਾ ਹੁੰਦਾ ਸੀ, ਤੇ ਸਾਰੇ ਹੀ ਪੇਪ ਗੁਰਦੁਆਰੇ ਵਿੱਚ ਲੜਾਈ ਝਗੜਾ ਮੈਨੇਜਮੈਂਟ ਦਾ ਹਮੇਸ਼ਾ ਹੀ ਰਿਹਾ। ਬਲ ਸਾਹਿਬ ਦੇ ਵਿਟਨੈਸ ਆ, ਖੜਕਦੀ ਰਹਿੰਦੀ ਸੀ। ਪਰ ਉਸ ਸਿੰਧੀ ਸਿੱਖ ਦਾ ਇਹ ਕੰਮ ਸੀ ਵੀ ਉਹਨਾਂ ਆ ਕੇ ਲੰਗਰ ਨੂੰ ਸਾਫ਼ ਕਰਨਾ, ਲੰਗਰ 'ਚ ਕੁਕਿੰਗ ਦੀ ਮਦਦ ਕਰਨੀ, ਕੀਰਤਨ ਸੁਣਨਾ ਤੇ ਬਾਅਦ ਵਿੱਚ ਪ੍ਰਸ਼ਾਦ ਵਰਤਾਉਣਾ। ਔਰ ਜਦੋਂ ਫੰਡਾਮੈਂਟਲਿਜ਼ਮ ਦਾ ਜ਼ੋਰ ਵਧਿਆ, ਉਹ ਫਿਰ ਵੀ ਉਹੀ ਕੋਸ਼ਿਸ਼ ਕਰਦਾ ਰਿਹਾ। ਬਿਲਕੁਲ ਕਦੇ ਕਿਸੇ ਮੈਨੇਜਮੈਂਟ ਨਹੀਂ ਆਇਆ। ਉਹਦੇ ਹੱਥ ਵਿੱਚੋਂ ਪ੍ਰਸ਼ਾਦ ਵਾਲਾ ਬਾਟਾ ਫੜ ਲਿਆ ਗਿਆ ਵੀ ਤੂੰ ਉਰੇ ਰੱਖ ਦੇ, ਤੂੰ ਤਾਂ ਬੈਪਟਾਈਜ਼ ਸਿੱਖ ਨਹੀਂ ਹੈ, ਤੂੰ ਪ੍ਰਸ਼ਾਦ ਨਹੀਂ ਵਰਤਾ ਸਕਦਾ। ਸੋ ਇਸ ਕਿਸਮ ਦੀ ਡਿਵੀਜ਼ਨ ਜਿਹੜੀ ਆ ਉਹ ਉਦੋਂ ਹੀ ਹੌਲੀ-ਹੌਲੀ ਸ਼ੁਰੂ ਹੋ ਗਈ। ਕੈਨੇਡਾ ਦੇ ਹਿੰਦੂਆਂ ਦਾ ਤਾਂ ਕੋਈ ਕਸੂਰ ਨਹੀਂ ਸੀ 1984 ਲਈ। ਜੇ ਇੱਥੇ ਰੇਡੀਓ ਪ੍ਰੋਗਰਾਮਾਂ, ਟੀਵੀ ਪ੍ਰੋਗਰਾਮਾਂ ਵਿੱਚ ਇਹ ਕਿਹਾ ਜਾਂਦਾ ਸੀ ਹਿੰਦੂ ਸਾਮਰਾਜ, ਹਿੰਦੂਆਂ ਤੋਂ ਸਿੱਖਾਂ ਨੂੰ ਖਤਰਾ, ਤੇ ਫਿਰ ਭਾਈ ਉਹ ਤੇ ਹਿੰਦੂ ਨੇ, ਫਿਰ ਉਹ ਤਾਂ ਮਹਿਸੂਸ ਕਰਨਗੇ ਵੀ ਸਾਨੂੰ ਕਹਿ ਰਹੇ ਹੋ। ਬਲ ਸਾਹਿਬ, ਕੋਈ ਕਲੀਅਰ ਤੇ ਤੁਸੀਂ ਆਪਣਾ ਰਿਐਕਸ਼ਨ ਦੇਣਾ ਚਾਹੁੰਦੇ ਹੋ? ਮੈਂ ਥੋੜਾ ਜਿਹਾ, ਮੇਰੇ ਵੀਰ ਨੇ ਦਿਓਲ ਸਾਹਿਬ ਇਹਨਾਂ ਨੂੰ ਪਿੱਛੇ ਲਿਜਾਣਾ ਚਾਹੁੰਦਾ। ਉਹ ਅਜਾਇਬ ਸਿੰਘ ਬਾਗੜੀ ਦੀ ਸਟੇਟਮੈਂਟ ਤੋਂ ਡਿਵੀਜ਼ਨ ਸ਼ੁਰੂ ਨਹੀਂ ਹੋਈ, ਇਹ ਅਕਾਲ ਤਖਤ ਦੇ ਅਟੈਕ ਤੋਂ ਹੋਈ ਆ। ਔਰ ਇਹ ਜੈਨੋਸਾਈਡ ਕਤਲੇਆਮ ਜਿਹੜਾ ਦਿੱਲੀ ਦੇ ਵਿੱਚ ਹੋਇਆ ਤੇ ਕਾਨਪੁਰ ਤੇ ਬੁਖਾਰੋ ਤੇ ਹੋਰ ਸ਼ਹਿਰਾਂ ਦੇ ਵਿੱਚ ਹੋਇਆ। ਹਾਲਾਂਕਿ ਮੈਂ ਔਨ ਰੈਕਰਡ ਇਹ ਕਹਿਣਾ ਚਾਹੁੰਦਾ ਵੀ ਉਹ ਹਿੰਦੂਆਂ ਨੇ ਨਹੀਂ ਕੀਤਾ, ਉਹ ਹਿੰਦੂਆਂ ਨੇ ਨਹੀਂ ਕੀਤਾ। ਉਹ ਇੱਕ ਆਰਗੇਨਾਈਜ਼ ਕਤਲੇਆਮ ਸੀ, ਇੱਕ ਖਾਸ ਪਾਰਟੀ ਵੱਲੋਂ ਉਹ ਕੀਤਾ ਗਿਆ। ਮੈਟਰ ਫੈਕਟ ਹਿੰਦੂਆਂ ਨੇ ਨੇਬਰਹੁੱਡ ਦੇ ਵਿੱਚ ਸਿੱਖਾਂ ਨੂੰ ਬਚਾਇਆ ਵੀ ਆ। ਬਿਲਕੁਲ ਸਹੀ। ਉਹ ਸਾਰੀਆਂ ਰਿਪੋਰਟਾਂ ਜਿੰਨਾ ਹੁਣ ਤੁਸੀਂ ਵਾਈਟ ਪੇਪਰ ਵਗੈਰਾ ਪੜ੍ਹੋ, ਉਹਨਾਂ ਨੇ ਬਚਾਇਆ ਵੀ ਆ ਹਿੰਦੂਆਂ ਨੂੰ। ਪਰ ਇੱਕ ਦਰਾੜ ਪੈਦਾ ਹੋ ਗਈ, ਇਸ ਕਰਕੇ ਉਹਨਾਂ ਨੂੰ ਮਾਰ ਦਿੱਤਾ ਗਿਆ ਕਿ ਉਹਦੇ ਸਿਰ ਤੇ ਪੱਗ ਸੀ। ਈਵਨ ਕਰਨਲ ਸਾਹਿਬ ਬੈਠੇ ਨੇ, ਸ਼ਾਇਦ ਇਹਨਾਂ ਨੇ ਫੌਜ ਬਾਅਦ ਚ ਜੁਆਇਨ ਕੀਤੀ ਹੋਵੇ। ਇਹੋ ਜਿਹੀਆਂ ਵੀ ਉਦਾਹਰਨਾਂ ਨੇ। ਦਿੱਲੀ ਸਟੇਸ਼ਨ ਤੇ ਸਿੱਖ ਫੌਜੀ ਅਫਸਰ ਟ੍ਰੇਨ ਦੇ ਵਿੱਚ ਬੈਠੇ, ਟਰੈਵਲ ਕੱਢ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ।
ਸੋ ਮੈਂ ਸਮਝਦਾ ਕਿ ਡਿਵੀਜ਼ਨ ਜਿਹੜੀ ਆ ਉੱਦਾਂ ਤੇ ਇੱਕ ਲੰਬੀ ਹਿਸਟਰੀ ਉਸ ਤੋਂ ਵੀ ਪਹਿਲਾਂ ਦੀਆਂ ਗੱਲਾਂ ਹੋਣਗੀਆਂ। ਅਜੈਬ ਸਿੰਘ ਬਾਗੜੀ ਦੀ ਦਿਓਲ ਸਾਹਿਬ ਉਹਦੀ ਸਟੇਟਮੈਂਟ ਨੂੰ ਬਿਲਕੁਲ ਕੰਡੈਮ ਕੀਤਾ ਵਰਲਡ ਸਿੱਖ ਆਰਗੇਨਾਈਜੇਸ਼ਨ ਨੇ। ਮੈਂ ਉਦੋਂ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਪਾਰਟ ਸੀਗਾ। ਉਹ ਉੱਥੇ ਉਹ ਤੋਂ ਬਾਅਦ ਉਹਨਾਂ ਦੇ ਨਾਲ ਬਾਬਰ ਖਾਲਸਾ ਦੇ ਨਾਲ ਵਰਲਡ ਸਿੱਖ ਆਰਗੇਨਾਈਜੇਸ਼ਨ ਦਾ ਜੇ ਕੋਈ ਨਾਤਾ ਟੁੱਟਿਆ ਤੇ ਉਸ ਸਟੇਜ ਤੋਂ ਟੁੱਟਿਆ। ਪਹਿਲਾਂ ਵੈਸਟ ਰੋਡ ਗੁਰਦੁਆਰੇ ਤਲਵਿੰਦਰ ਸਿੰਘ ਬੱਬਰ ਜਦੋਂ ਇਹ ਆਇਆ ਉੱਥੇ ਜੂਨ ਦੇ ਵਿੱਚ, ਤੇ ਉਸ ਤੋਂ ਬਾਅਦ ਉਹਨੇ ਸਟੇਟਮੈਂਟ ਅੱਜ ਤੱਕ ਵੀ ਅਸੀਂ ਕੰਡੈਮ ਕੀਤੇ ਉਹਨੂੰ ਕੀਤਾ, ਤੇ ਉਹਦਾ ਬਹੁਤ ਨੁਕਸਾਨ ਹੋਇਆ ਸਾਨੂੰ। ਇਸ ਕਰਕੇ ਇਹ ਜਿਹੜੀ ਡਿਵੀਜ਼ਨ ਹੈ, ਆਪਾਂ ਇਸ ਗੱਲ ਤੇ ਆਈਏ ਬਿਲਕੁਲ ਸਹੀ ਕਿ ਜੇ ਕੋਈ ਕਾਬਲ, ਆਪਾਂ ਲਾਲਾ ਹਰਦਿਆਲ ਦੀ ਗੱਲ ਕਰਦੇ ਜੀ, ਗਦਰ ਪਾਰਟੀ ਮੂਵਮੈਂਟ ਸੀ, ਉਹ ਕਾਬਲ ਬੰਦਾ ਸੀ, ਲੀਡ ਕਰਦਾ ਸੀ, ਡੈਲੀਗੇਸ਼ਨ ਦੇ ਨਾਲ 8ਵੇਂ ਆਉਂਦਾ ਰਿਹਾ। ਇਹ ਤੇ 1900 ਦੀ ਸ਼ੁਰੂ ਦੀਆਂ ਗੱਲਾਂ ਆ। ਪਰ ਉਹਨਾਂ ਦੀ ਅੱਛੀ ਪੜ੍ਹਾਈ ਉਹ ਹਿੰਦੂਆਂ ਨੇ, ਕਿਉਂਕਿ ਉਹ ਇਸ ਪਾਸੇ ਤੋਂ ਰਾਮ ਰੌਲੇ ਤੋਂ ਪਾਸੇ ਰਹੇ। ਤੇ ਹੁਣ ਜਦੋਂ ਉਹਨਾਂ ਨੇ ਦੇਖਿਆ ਵੀ ਸਾਡੀ ਵੀ ਜਿਹੜੀ ਆ ਇੱਥੇ ਕੋਈ ਨੁਮਾਇੰਦਗੀ ਹੋਣੀ ਚਾਹੀਦੀ ਆ, ਨਥਿੰਗ ਰੋਂਗ ਵਿਦ ਦੈਟ ਜੀ। ਦੋ ਬਣ ਗਏ ਨੇ ਨਾ, ਦੀਪਕ ਆਨੰਦ ਤੇ ਟਾਂਗਰੀ ਨੇ, ਵਿਚਾਰੀ ਨੇ 5-6 ਟਰਾਈਆਂ ਕੀਤੀਆਂ ਤੇ ਅੱਜ ਬਣ ਗਈ ਹੈਗੀ ਆ ਜੀ। ਔਰ ਬਣਨੇ ਚਾਹੀਦੇ ਨੇ, ਜਿਹੜੇ ਅੱਛੇ ਲੋਕ ਬਣਨੇ ਚਾਹੀਦੇ ਨੇ ਜੀ। ਜੇ ਅਸੀਂ ਆਪਸ ਵਿੱਚ ਇਹ ਟੱਕਰ ਲੈਣ ਲੱਗ ਪਏ ਤੇ ਫਿਰ ਕਿਸੇ ਦਾ ਵੀ ਨਹੀਂ ਕੋਈ ਬਣੇਗਾ। ਸੋ ਬਲ ਸਾਹਿਬ, ਪ੍ਰੋਗਰਾਮ ਦਾ ਅਖੀਰਲਾ ਪਾਰਟ ਹੈ, ਕਿਉਂਕਿ ਆਪਾਂ ਤੇ ਸਟੀਫਨ ਹਾਰਪਰ ਦੇ ਬਿਆਨ ਤੇ ਜਿਹੜੀ ਹੁਣ ਆਪਾਂ ਗੱਲ ਕਰਦੇ ਸੀ ਹਿੰਦੂ ਸਿੱਖ ਵਾਲਾ, ਜਿਹੜਾ ਤੁਸੀਂ ਹੁਣ ਆਪਾਂ ਅਖੀਰ ਦੇ ਵਿੱਚ ਜਿਹੜਾ ਸੁਨੇਹਾ ਜਿਹੜਾ ਆਪਾਂ ਜਿਹੜਾ ਦੇਣਾ, ਉਹ ਆਪਾਂ ਤੁਹਾਡੇ ਵੱਲੋਂ ਨਿੱਜੀ ਤੌਰ ਤੇ ਕੀ ਸੁਨੇਹਾ ਮੈਨੂੰ ਦੇਣਾ ਕਿਸੇ ਨੇ ਚਾਹੁੰਦੇ ਕੱਲ ਹੋ? ਪਰਸੋਂ ਪੁੱਛਿਆ ਵੀ ਇਹਦਾ ਇਲਾਜ ਕੀ ਹੈ ਜੀ। ਮੈਂ ਕਿਹਾ ਆਪਾਂ ਸਾਰੇ ਇਹਦਾ ਇਲਾਜ ਆ ਜੀ। ਅੱਜ ਜਿੰਨੇ ਆਪਾਂ ਇੱਥੇ ਬੈਠੇ ਨਾ, ਆਪਾਂ ਜੇ ਆਪਾਂ ਅੱਜ ਆਹ ਘੰਟਾ ਲਾ ਰਹੇ ਨਾ ਤੇ ਇਹ ਸਾਡਾ ਕੰਸਰਨ ਆ। ਤੇ ਅਸੀਂ ਚਾਹੁੰਦੇ ਆ ਵੀ ਇਹ ਕੰਮ ਨਹੀਂ ਹੋਣਾ ਚਾਹੀਦਾ। ਆਪਾਂ ਸਾਰੇ ਜਿਹੜੇ ਨਾ ਐਂਬੈਸਡਰ ਬਣੀਏ, ਹਿੰਦੂ ਸਿੱਖ ਯੂਨਿਟੀ ਦੇ ਮੈਸੇਂਜਰ ਬਣੀਏ। ਇਹ ਜਿਹੜੇ ਸਾਨੂੰ ਬਾਹਰਲੇ ਪੋਲੀਟੀਕਲ ਪਾਰਟੀਆਂ ਜਾਂ ਪੋਲੀਟੀਕਲ ਲੀਡਰ ਡਿਵਾਈਡ ਕਰਨ ਦੀ ਕੋਸ਼ਿਸ਼ ਕਰ ਰਹੇ ਆ ਨਾ, ਉਹਨਾਂ ਦੀਆਂ ਗੱਲਾਂ 'ਚ ਨਹੀਂ ਆਪਾਂ ਆਉਣਾ। ਇਹ ਨੁਕਸਾਨ ਆਪਾਂ ਸਾਰੇ ਹੀ ਖਰਬੂਜੇ ਆ, ਤਾਂ ਸਾਰੇ ਛੁਰੀਆਂ ਆ। ਬੇਸ਼ੱਕ ਲਿਬਰਲ ਪਾਰਟੀ ਹੋਵੇ ਤੇ ਭਾਵੇਂ ਐਨਡੀਪੀ ਹੋਵੇ ਤੇ ਭਾਵੇਂ ਹੋਵੇ, ਆਪਾਂ ਇਹ ਤੋਂ ਬਚ ਕੇ ਰਹਿਣਾ ਜੀ। ਬਿਲਕੁਲ ਸਹੀ। ਸਾਡੀਆਂ ਰਿਸ਼ਤੇਦਾਰੀਆਂ ਕਾ ਅੱਜ ਤੇ ਲੋਕ ਸ਼ੁਕਰ ਕਰਦੇ ਨੇ ਕਿ ਜੇ ਉਹਨਾਂ ਦੇ ਬੱਚੀ ਦਾ ਵਿਆਹ ਕਿਸੇ ਪੰਜਾਬੀ ਹਿੰਦੂ ਦੇ ਬੇਟੀ ਦੇ ਨਾਲ ਹੋ ਜਾਵੇ ਜੀ। ਉਹ ਤੇ ਸਮਾਂ ਲੰਘ ਗਿਆ, ਜਿਹੜਾ ਸਾਡਾ ਸਮਾਂ ਸਾਰਾ ਓਵਰ ਹੋ ਗਿਆ। ਆਪਾਂ ਸਾਰਿਆਂ ਨੇ ਰਲ ਕੇ ਕੰਮ ਕਰਨਾ ਜੀ। ਆਪਾਂ ਇਹਦਾ ਹੋਕਾ ਦੇਣਾ, ਇਸ ਯੂਨਿਟੀ ਦਾ ਹੋਕਾ ਦੇਣਾ। ਵੀ ਆਰ ਵਨ ਕਮਿਊਨਿਟੀ ਐਂਡ ਵੀ ਸ਼ੁੱਡ ਸਟੇ ਐਜ਼ ਵਨ ਵਾਈਬ੍ਰੈਂਟ ਸਟਰੋਂਗ ਵਨ ਕਮਿਊਨਿਟੀ, ਯੂਨਾਈਟਿਡ ਕਮਿਊਨਿਟੀ। ਬਹੁਤ ਮਿਹਰਬਾਨੀ ਜੀ। ਇਸ ਸਾਂਝੀ ਸੁਲਝੀ ਤਾਣੀ ਨੂੰ ਉਲਝਾਓ ਅਤੇ ਉਧੇੜੋ ਨਾ। ਇਹ ਲਹੂ ਮਾਸ ਦੀਆਂ ਤੰਦਾਂ ਨੇ, ਨੌਹਾਂ ਤੋਂ ਮਾਸ ਉਖੇੜੋ ਨਾ। ਇਹਨਾਂ ਫਿਰਕੂ ਹੱਕ ਹਕੂਕਾਂ ਤੋਂ ਸਾਨੂੰ ਅਣਜਾਣ ਹੀ ਰਹਿਣ ਦਿਓ। ਹਿੰਦੂ ਸਿੱਖ ਬਣਿਆ ਨਹੀਂ ਜਾਂਦਾ, ਸਾਨੂੰ ਇਨਸਾਨ ਹੀ ਰਹਿਣ ਦਿਓ। ਵਾਹ ਜੀ, ਕੀ ਬਾਤ ਹੈ। ਬਹੁਤ ਮਿਹਰਬਾਨੀ, ਤੁਸੀਂ ਸਾਰੇ ਆਏ ਔਰ ਸਾਰਿਆਂ ਨੇ ਆਪਣੇ ਨਿੱਜੀ ਵਿਚਾਰ ਦਿੱਤੇ। ਤੁਹਾਡਾ ਬਹੁਤ ਬਹੁਤ ਧੰਨਵਾਦ, ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਜੀ। ਸੋ ਪ੍ਰਾਈਮ ਏਸ਼ੀਆ ਟੀਵੀ ਅਦਾਰੇ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਜਿਹੜਾ ਕੰਜ਼ਰਵੇਟਿਵ ਪਾਰਟੀ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਦੇ ਬਿਆਨ ਦੇ ਉੱਪਰ ਕੀਤਾ ਗਿਆ। ਔਰ ਪ੍ਰਾਈਮ ਏਸ਼ੀਆ ਟੀਵੀ ਅਦਾਰਾ ਹਮੇਸ਼ਾ ਜਿਹੜਾ ਹੈ ਜੀ ਪ੍ਰੋਗਰਾਮ ਲੈ ਕੇ ਆਉਂਦਾ ਹੈ ਔਰ ਕਿਸੇ ਦੇ ਹੱਕ ਦੇ ਵਿੱਚ, ਕਿਉਂਕਿ ਅੱਜ ਦੇ ਜਿਹੜੇ ਵਿਦਵਾਨ ਨੇ ਸਾਰਿਆਂ ਨੇ ਆਪਣੇ ਨਿੱਜੀ ਵਿਚਾਰ ਰੱਖੇ। ਸਹਿਮਤ ਅਸਹਿਮਤ ਹੋਣਾ ਤੁਹਾਡੀ ਆਪਣੀ ਇੱਛਾ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।